ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਜੀਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗਣ ਹਮਾਰੇ। ਦਇਆ ਕਰੋ ਕਿਛ ਮੇਰੀ ਉਪਾਵੋ, ਡੁੱਬਦੇ ਪੱਥਰ ਤਾਰੇ। ਜੀੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਰੋਜ਼ਾਨਾ ਸ਼ਾਮ ਨੂੰ ਸ੍ਰੀਮਾਨ ਸੰਤ ਬਾਬਾ ਗੁਰਬਖਸ਼ ਸਿੰਘ ਜੀ ਧਾਰਮਿਕ ਸੰਗੀਤ ਅਕੈਡਮੀ ਅੰਦਰ ਸੱਜ ਬੈਠ ਕੇ ਮਹਾਂਪੁਰਖਾਂ ਦੇ ਪਵਿੱਤਰ ਜੀਵਨ ਦੀ, ਨਿਰਮਲ ਜੀਵਨ ਦੀ ਕਥਾ ਸਰਵਣ ਕਰਦੇ ਹੋ। ਆਪ ਜੀ ਨੇ ਕੱਲ ਪ੍ਰਸੰਗ ਸਰਵਣ ਕੀਤਾ ਕਿ ਮਹਾਂਪੁਰਖ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਨੇ 1955 ਦੇ ਵਿੱਚ ਗਿਆਨੀ ਈਸ਼ਰ ਸਿੰਘ ਜੀ ਨਾਹਰਾ ਜੀ ਨੂੰ ਆਪਣਾ ਸਾਰਾ ਜੀਵਨ ਲਿਖਾ ਦਿੱਤਾ ਹੈ, ਤੇ ਲਿਖਾ ਕੇ ਆਖਦੇ ਹਨ ਕਿ ਤੁਹਾਡੇ ਬਹੁਤਾ ਜ਼ੋਰ ਲਾਉਣ ਤੇ ਅਸੀਂ ਆਪਣਾ ਜੀਵਨ ਲਿਖਾ ਤੇ ਦਿੱਤਾ ਹੈ, ਪਰ ਸਾਨੂੰ ਆਪਣੇ ਜੀਵਨ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਲੱਗਦੀ ਕਿ ਜਿਹੜੀ ਸੰਗਤਾਂ ਨੂੰ ਸੁਣਾ ਵਿੱਚ ਪੜ੍ਹ ਕੇ ਤੇ ਇਹਦੇ ਵਿੱਚੋਂ ਕੁਝ ਪ੍ਰਾਪਤ ਹੋਵੇ। ਸਾਡਾ ਤੇ ਨਿਮਾਣਾ ਜਿਹਾ ਜੀਵਨ ਹੈ, ਅਸੀਂ ਨਹੀਂ ਚਾਹੁੰਦੇ ਵੀ ਇਹਨੂੰ ਤੁਸੀਂ ਛਾਪੋ। ਅਸੀਂ ਅਜੇ ਵੀ ਕਹਿੰਦੇ ਹਾਂ ਵੀ ਰਹਿਣ ਦਿਓ, ਇਹਦੇ ਵਿੱਚੋਂ ਕੁਝ ਨਹੀਂ ਮਿਲਣਾ। ਤੇ ਗਿਆਨੀ ਈਸ਼ਰ ਸਿੰਘ ਨਾਹਰਾ ਜੀ ਕਹਿਣ ਲੱਗੇ, ਮਹਾਂਪੁਰਖ ਸਤਿਪੁਰਖ ਹੀ ਉਹ ਹੈ, ਮਹਾਂਪੁਰਖ ਹੀ ਉਹ ਹੈ ਜਿਹੜਾ ਆਪਣੇ ਆਪ ਨੂੰ ਛਪਾਉਂਦਾ ਹੈ, ਜਿਹੜਾ ਨਿਮਰਤਾ ਵਿੱਚ ਰਹਿੰਦਾ ਹੈ, ਜਿਹਨੂੰ ਹਉਮੈ ਹੰਕਾਰ ਨਹੀਂ ਹੈ, ਜਿਹਦੇ ਤੋਂ ਤੁਸੀਂ ਬਹੁਤ ਪਰੇ ਹੋ। ਤੇ ਤੁਹਾਡੇ ਆਪਣੇ ਜੀਵਨ ਦੇ ਜਿਹੜੇ ਤਜਰਬੇ ਆ, ਇਹਨਾਂ ਨੂੰ ਹੋਰ ਸੰਗਤਾਂ ਜਿਹੜੀਆਂ ਉਹ ਪੜ੍ਹ ਕੇ ਸੁਣ ਕੇ ਤੇ ਲਾਹੇ ਪ੍ਰਾਪਤ ਕਰਨਗੀਆਂ। ਤੇ ਅਸੀਂ ਹੁਣੇ ਛਾਪ ਦੇਣਾ ਹੈ, ਜੇ ਕੋਈ ਗੱਲ ਰਹਿ ਗਈ ਹੋਵੇ ਤੇ ਉਹ ਵੀ ਦੱਸ ਦਿਓ। ਮਹਾਂਪੁਰਖ ਕਹਿੰਦੇ ਜੇ ਤੁਸੀਂ ਛਾਪਣਾ ਹੀ ਹੈ ਨਾ, ਫਿਰ ਕੁਝ ਸਿੱਟੇ ਦੀਆਂ ਗੱਲਾਂ ਜਿਹੜੀਆਂ ਤਜਰਬੇ ਦੀਆਂ ਗੱਲਾਂ ਹਨ ਉਹ ਆਪ ਜੀ ਨੂੰ ਅਸੀਂ ਦੱਸਦੇ ਹਾਂ, ਸਾਡੇ ਵੱਲੋਂ ਉਹ ਛਾਪ ਦਿਓ ਜਿਹੜਾ ਜੀਵਨ ਤਜਰਬਾ ਹੈ। ਮਹਾਂਪੁਰਖ ਕਹਿਣ ਲੱਗੇ, ਅਸੀਂ ਜਨਮ ਪਾ ਕੇ ਮਾਤਾ ਪਿਤਾ ਦੀ ਸੇਵਾ ਕਰਕੇ, ਵਿਦਿਆ ਗੁਰੂ ਦੀ ਸੇਵਾ ਕਰਕੇ, ਜਿਹਨੇ ਸਾਨੂੰ ਪੜ੍ਹਾਇਆ ਹੈ, ਗੁਰਮੁਖਾਂ ਸੰਤਾਂ ਦੀ ਸੇਵਾ, ਬਾਬੇ ਮਿੱਤ ਸਿੰਘ ਜੀ ਦੀ ਸੇਵਾ, ਬਾਬੇ ਗੇਂਦਾ ਸਿੰਘ ਜੀ ਦੀ ਸੇਵਾ ਕਰਕੇ, ਫੌਜ ਦੀ ਨੌਕਰੀ ਕਰਕੇ 12 ਸਾਲ 32 ਸਾਲ ਦੀ ਉਮਰ ਵਿੱਚ ਇਹ ਸੰਤ ਭੇਖ ਵਿੱਚ ਸਾਰੀ ਬਾਕੀ ਦੀ ਜ਼ਿੰਦਗੀ ਜਿਹੜੀ ਉਹ ਬਤੀਤ ਕੀਤੀ ਹੈ।
32 ਸਾਲਾਂ 'ਚ ਫਕੀਰੀ ਭੇਸ ਧਾਰਿਆ ਹੈ, ਸੰਤਾਂ ਵਾਲਾ ਭੇਸ ਧਾਰਿਆ ਹੈ। ਅੱਜ 75 ਸਾਲ ਦੇ ਹੋ ਗਏ ਆ। 1955 'ਚ ਕਹਿਣ ਲੱਗੇ ਕਿ ਅੱਜ 75 ਸਾਲ ਦੇ ਹੋ ਗਏ ਆ। ਇਹ ਆਪਣੀ ਜ਼ਿੰਦਗੀ ਦੇ ਜਿਹੜੇ ਤਜਰਬੇ ਦੇ ਅਸੀਂ ਅਖੀਰ ਜਿਹੜੇ ਸਿੱਟੇ ਤੇ ਪਹੁੰਚੇ ਆ ਨਾ, ਦੁਨੀਆ ਦੇ ਵਿੱਚ ਸਾਰੀ ਲੜਾਈ ਪਰਾਏ ਹੱਕ ਦਾ ਕਰਕੇ ਹੈ। ਜੇ ਹਰ ਮਨੁੱਖ ਆਪਣੇ ਹੱਕ ਤੇ ਰਵੇ ਤੇ ਕੋਈ ਲੜਾਈ ਨਹੀਂ ਹੁੰਦੀ। ਜਰ, ਜੋਰੂ ਤੇ ਜ਼ਮੀਨ, ਤਿੰਨਾਂ ਤੋਂ ਹੀ ਲੜਾਈ ਚੱਲਦੀ ਹੈ ਤੇ ਸਾਰਾ ਸੰਸਾਰ ਇਹਦੇ 'ਚ ਖਚਤ ਹੋ ਰਿਹਾ ਹੈ। ਜਿਵੇਂ ਜ਼ੋਰ ਦੇ ਨਾਲ ਆਪਣਾ ਜ਼ੋਰ ਵਿਖਾ ਕੇ ਦੂਜਿਆਂ ਨੂੰ ਨੀਵੇਂ ਵਿਖਾਉਣਾ, ਦੂਜਿਆਂ 'ਚ ਨੁਕਸ ਕੱਢਣਾ, ਕਹਿਣਾ ਮੇਰੀ ਪਾਰਟੀ ਤਗੜੀ ਹੈ, ਮੈਂ ਤਗੜਾ ਬਾਕੀ ਮਾੜੇ ਆ। ਆਪਣੇ ਆਪ ਨੂੰ ਵੱਡਾ ਕਹਾਉਣਾ ਤੇ ਦੂਜਿਆਂ ਨੂੰ ਮਾੜਾ ਕਹਿਣਾ। ਘਾਟ ਨੱਕੇ ਨਹੀਂ ਕਹਾਇਆ, ਸਭ ਕਹਤੇ ਹੈ ਪਾਇਆ। ਆਪਣੇ ਆਪ ਨੂੰ ਵੱਡਾ ਕਹਿਣਾ, ਦੂਜਿਆਂ ਨੂੰ ਨੀਵੇਂ ਵਿਖਾਉਣਾ। ਤੇ ਦੂਸਰਾ ਲੜਾਈ ਇਸਤਰੀਆਂ ਤੋਂ, ਕਿਸੇ ਦੀ ਧੀ ਭੈਣ ਨੂੰ ਮਾੜਾ ਵੇਖਣਾ, ਉਹਨੂੰ ਲੈ ਜਾਣਾ, ਉਹਦੇ ਤੋਂ ਲੜਾਈ ਜਿਹੜੀ ਉਹ ਖੂਨ ਖਰਾਬੇ ਤੱਕ ਪਹੁੰਚਦੀ ਹੈ। ਜਿਵੇਂ ਸੀਤਾ ਨੂੰ ਰਾਵਣ ਲੈ ਗਿਆ ਸੀ ਤੇ ਕਿੰਨਾ ਨੁਕਸਾਨ ਹੋਇਆ ਬਾਅਦ ਵਿੱਚ। ਉਦੋਂ ਅੱਗੇ ਜ਼ਮੀਨ ਦਾ ਝਗੜਾ, ਵੱਟ ਬੰਨਿਆਂ ਦਾ ਝਗੜਾ। ਕੌਰਵਾਂ ਨੇ ਪਾਂਡਵਾਂ ਨੂੰ ਜ਼ਮੀਨ ਨਹੀਂ ਦਿੱਤੀ, ਉਹਨਾਂ ਦੀ ਜ਼ਮੀਨ ਦੱਬਣਾ ਚਾਹੁੰਦੇ ਸੀਗੇ, ਜਿਹਦਾ ਕਰਕੇ ਜਿਹੜੇ ਕੌਰਵ ਤੇ ਪਾਂਡਵਾਂ ਦੀ ਲੜਾਈ ਹੋਈ, ਜਿਨ੍ਹਾਂ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ। ਆਪ ਵੀ ਕੌਰਵ ਮਾਰੇ ਗਏ ਤੇ ਬਹੁਤ ਵੱਡਾ ਨੁਕਸਾਨ ਜਿਹੜਾ ਉਹ ਦੇਸ਼ ਦਾ ਵੀ ਹੋਇਆ। ਤੇ ਉਦੋਂ ਬਾਅਦ ਵਿੱਚ ਮਹਾਂਪੁਰਖ ਕਹਿੰਦੇ ਜਿਹੜੇ ਨਿੱਕੇ ਮੋਟੇ ਰਾਜੇ ਇਹ ਆਪਸ ਵਿੱਚ ਖਹਿ ਮੈਂ ਲੜਦੇ ਰਹੇ, ਇਹਨਾਂ ਦਾ ਤੇ ਪਤਾ ਹੀ ਕੋਈ ਨਹੀਂ ਵੀ ਕਿੰਨੇ ਕੁ ਜਿਹੜੇ ਇਹਨਾਂ ਦੀ ਲੜਾਈ ਹੁੰਦੀ ਹੈ। ਤੇ ਜਿਹੜੀ ਪਿੰਡਾਂ ਸ਼ਹਿਰਾਂ ਵਿੱਚ ਵੱਟਾਂ ਬੰਨਿਆਂ ਦੀ, ਉਹਦੇ ਪਤਾ ਹੀ ਨਹੀਂ ਕਿੰਨੇ ਕੁ ਆਪਸ ਵਿੱਚ ਲੜਦੇ, ਝਗੜੇ ਚੱਲਦੇ, ਕਚਹਿਰੀਆਂ ਵਿੱਚ ਖੂਨ ਖਰਾਬੇ ਹੁੰਦੇ ਨੇ। ਇਸ ਤੋਂ ਮਗਰੋਂ ਮਹਾਂਪੁਰਖ ਕਹਿਣ ਲੱਗੇ ਕੁਝ ਗੱਲਾਂ ਹਨ ਸਿੱਟੇ ਦੀਆਂ, ਜੋ ਅਸੀਂ ਆਪਣੀ ਜ਼ਿੰਦਗੀ ਬਤੀਤ ਕੀਤੀ ਹੈ, ਉਹਦੇ ਵਿੱਚ ਜੋ ਵੇਖਿਆ ਏ ਉਹ ਆਪ ਜੀ ਨੂੰ ਦੱਸਦੇ ਆ। ਇਹ ਤਾਂ ਲੜਾਈ ਦੱਸੀ ਹੈ ਨਾ, ਹਿੰਦੂ ਰਾਜਿਆਂ ਦੀ ਹੁੰਦੀ ਰਹੀ, ਉੱਥੇ ਮੁਸਲਮਾਨਾਂ ਦੀ ਵੀ ਹੁੰਦੀ ਰਹੀ। ਭਰਾ ਮੁਸਲਮਾਨ ਵੀ ਲੜਦੇ ਰਹੇ, ਪਠਾਨ ਤੇ ਮੁਗਲ ਇਹ ਆਪਸ ਵਿੱਚ ਲੜਦੇ ਰਹੇ। ਗੁਰੂ ਕੀ ਗੁਰਬਾਣੀ ਦਾ ਫਰਮਾਨ ਹੈ ਨਾ, ਮੁਗਲ ਪਠਾਣਾ ਭਈ ਲੜਾਈ, ਰਣ ਮੇ ਤੇਗ ਵਗਾਈ। ਜਿਵੇਂ ਪਹਿਲਾਂ ਬਾਬਰ ਆਇਆ ਏ, ਉਦੋਂ ਸਿਕੰਦਰ ਲੋਧੀ ਦਾ ਪੁੱਤਰ ਇਬਰਾਹਿਮ ਲੋਧੀ, ਇਹਨਾਂ ਦੀ ਲੜਾਈ ਹੋਈ ਹੈ। ਔਰੰਗਜ਼ੇਬ ਤੋਂ ਬਾਅਦ ਵਿੱਚ ਇਹਦੀ ਔਲਾਦ ਜਿਹੜੀ ਹੈ ਉਹ ਰਾਜ ਕਰਦੀ ਹੈ। ਤੇ ਉਦੋਂ ਵੀ ਕਦੀ ਨਾਦਰ ਆਉਂਦਾ ਏ, ਕਦੀ ਨਾਦਰ ਦਾ ਚੇਲਾ ਅਬਦਾਲੀ ਆਉਂਦਾ ਏ। ਇਹਨਾਂ ਦੀ ਲੜਾਈ ਹੁੰਦੀ ਹੈ ਦਿੱਲੀ ਦੇ ਬਾਦਸ਼ਾਹ ਦੇ ਨਾਲ, ਮੁਹੰਮਦ ਸ਼ਾਹ ਰੰਗੀਲੇ ਦੇ ਨਾਲ। ਰੰਗੀਲਾ ਨੂੰ ਤਾਂ ਕਹਿੰਦੇ ਸੀ ਕਿ ਉਹ ਮੌਜ ਮਸਤੀ ਮਾਣਦਾ ਸੀ, ਰਾਜਿਆਂ ਵਾਲਾ ਕੰਮ ਉਹਦਾ ਸੀ, ਸ਼ਰਾਬ ਪੀਣੀ, ਨਾਚ ਵੇਖਣਾ, ਉਹਨੂੰ ਰੰਗੀਲਾ ਕਹਿੰਦੇ ਸਨ। ਸੋ ਇਦਾਂ ਇਹਨਾਂ ਦੀ ਆਪਸ ਵਿੱਚ ਲੜਾਈ ਚੱਲਦੀ ਰਹੀ, ਮੁਗਲਾਂ ਦੀ ਤੇ ਪਠਾਣਾ ਦੀ। ਸੋ ਮਹਾਂਪੁਰਖ ਕਹਿੰਦੇ ਵੀ ਇਹ ਲੜਾਈਆਂ ਇਹ ਚੱਲਦੀਆਂ ਆਈਆਂ ਇਦਾਂ ਹੀ, ਇਹਨਾਂ ਦੀਆਂ ਇਹ ਚੱਲਦੀਆਂ ਹੀ ਰਹਿਣੀਆਂ, ਇਹ ਕੰਮ ਮੁੱਕਣਾ ਨਹੀਂ, ਲੜਾਈ ਝਗੜੇ ਮੁੱਕਣੇ ਨਹੀਂ। ਪਰ ਮਹਾਂਪੁਰਖ ਕਹਿੰਦੇ ਜਿਹੜਾ ਮਨੁੱਖ ਸਿਮਰਨ ਕਰੇਗਾ ਆਪ ਇਹਨਾਂ ਗੱਲਾਂ ਤੋਂ ਬਚੇਗਾ, ਦੂਜਿਆਂ ਵੱਲ ਨਾ ਵੇਖੇ। ਹਰ ਕੋਈ ਮਨੁੱਖ ਆਪਣੇ ਵੱਲ ਵੇਖੇ ਕਿ ਮੈਂ ਆਪਣਾ ਆਪ ਸਵਾਰਨਾ ਹੈ, ਉਹ ਇਹਨਾਂ ਤਿੰਨਾਂ ਚੀਜ਼ਾਂ ਤੋਂ ਬਚੇ। ਕਿਸੇ ਤੇ ਜ਼ੋਰ ਜ਼ੁਲਮ ਨਾ ਕਰੇ, ਕਿਸੇ ਦੀ ਧੀ ਭੈਣ ਵੱਲ ਨਾ ਮਾੜਾ ਵੇਖੇ, ਕਿਸੇ ਦੀ ਜ਼ਮੀਨ ਵੱਲ ਨਾ ਵੇਖੇ। ਗੱਲ ਮੁੱਕਦੀ ਮਹਾਂਪੁਰਖ ਕਹਿੰਦੇ ਪਰਾਏ ਹੱਕ ਵੱਲ ਨਹੀਂ ਵੇਖਣਾ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀ ਰਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ। ਉਹ ਮਨੁੱਖ ਜਿਹੜਾ ਦਰਗਾਹ ਦੇ ਵਿੱਚ ਪ੍ਰਵਾਨ ਹੁੰਦਾ ਹੈ। ਸੋ ਮਹਾਂਪੁਰਖ ਕਹਿੰਦੇ ਸਿੱਟੇ ਦੀਆਂ ਗੱਲਾਂ ਹਨ 7। ਪਹਿਲੀ ਗੱਲ ਹੈ ਵੀ ਜਦੋਂ ਕੋਈ ਵਿਚਾਰਵਾਨ ਮਿਲੇ ਨਾ, ਕੋਈ ਸੰਤ ਮਿਲੇ,
ਕੋਈ ਧਰਮੀ ਪੁਰਸ਼ ਹੋਵੇ, ਉਹ ਭਾਵੇਂ ਕਿਸੇ ਵੀ ਮਤ ਦਾ ਹੋਵੇ, ਉਹਦੀ ਸੇਵਾ ਜੇ ਉਹ ਆ ਜਾਏ ਤੇ ਉਹਨੂੰ ਜਲ ਪਾਣੀ ਜ਼ਰੂਰ ਛਕਾਉਣਾ, ਉਹਦੀ ਸੇਵਾ ਜ਼ਰੂਰ ਕਰਨੀ ਹੈ। ਇਹਨੇ ਕਹਿਣਾ ਤੂੰ ਦੂਜੀ ਮਤ ਦਾ, ਤੈਨੂੰ ਨਹੀਂ ਪ੍ਰਸ਼ਾਦਾ ਛਕਾਉਣਾ, ਚੱਲ ਪਾਸੇ। ਉਹਦੀ ਸੇਵਾ ਕਰਨੀ, ਉਹਨੂੰ ਜਲ ਪਾਣੀ ਛਕਾਉਣਾ ਹੈ। ਪਰ ਇੱਕ ਗੱਲ ਧਿਆਨ ਰੱਖਣੀ ਹੈ, ਗੁਰੂ ਸਿਧਾਂਤਾਂ ਤੋਂ, ਗੁਰਮਤਿ ਦੇ ਉਪਦੇਸ਼ਾਂ ਤੋਂ ਉਲਟ ਜਿਨ੍ਹਾਂ ਕੋਲ ਕੋਈ ਦਲੀਲ ਹੀ ਨਾ ਹੋਵੇ ਜਾਂ ਸਮਝ ਨਾ ਹੋਵੇ, ਇਹਨਾਂ ਇਹੋ ਜਿਹਾ ਮੂਰਖਾਂ ਤੋਂ ਦੂਰ ਰਹਿਣਾ, ਸਾਖਤਾਂ ਤੋਂ, ਜਿਹੜੇ ਮੰਨਦੇ ਨਾ ਹੋਣ, ਦਲੀਲ ਹੀ ਨਾ ਹੋਵੇ ਜਿਨ੍ਹਾਂ ਕੋਲ, ਉਹਨਾਂ ਦੇ ਨਾਲ ਉਲਝ ਕੇ ਅਜਾਈ ਆਪਣਾ ਦਿਮਾਗ ਜਿਹੜਾ ਖਰਚ ਨਹੀਂ ਕਰਨਾ। ਉਹਨਾਂ ਨੂੰ ਪਿੱਛੇ ਹੋ ਜਾਵੋ। ਜੇ ਤੁਹਾਡੀ ਮੱਤ ਵਿੱਚ ਉਹਦੀ ਗੱਲ ਆਉਂਦੀ ਹੈ, ਉਹਦੀ ਮੱਤ ਵਿੱਚ ਤੁਹਾਡੀ ਗੱਲ ਆਉਂਦੀ ਹੈ, ਉਹ ਕਿਸੇ ਵੀ ਮੱਤ ਦਾ ਹੈ, ਭੇਦਭਾਵ ਨਾ ਕਰੋ, ਪ੍ਰੇਮ ਰੱਖੋ। ਤੇ ਜੇ ਉਹ ਨਹੀਂ ਗੱਲ ਬਣਦੀ ਤੇ ਫਿਰ ਪਿੱਛੇ ਹੋ ਜਾਵੋ। ਐਵੇਂ ਬਹਿਸਾ ਬਸਾਈ ਵਿੱਚ ਨਹੀਂ ਪੈਣਾ, ਕਿਉਂਕਿ ਬਹਿਸ ਵਿੱਚੋਂ ਕੁਝ ਨਹੀਂ ਪ੍ਰਾਪਤ ਹੁੰਦਾ। ਜਿਹੜੀ ਚਰਚਾ, ਇਹਦੇ ਵਿੱਚ ਕੁਝ ਮਿਲਦਾ ਨਹੀਂ। ਸੋ ਭਗਤ ਕਬੀਰ ਜੀ ਦੇ ਨਾਲ ਵੀ ਕੋਈ ਬ੍ਰਹਮ ਆ ਗਿਆ ਸੀ ਨਾ ਚਰਚਾ ਕਰਨ ਵਾਸਤੇ, ਬ੍ਰਾਹਮਣ। ਉਹ ਕਹਿੰਦਾ ਜੀ ਮੈਂ ਸਾਰੇ ਸੰਸਾਰ ਦੇ ਬ੍ਰਾਹਮਣ ਜਿੱਤ ਲਏ ਆ। ਉਹਦੀ ਮਾਂ ਕਹਿਣ ਲੱਗੀ, ਆਂਦੀ ਹੰਕਾਰ ਦਾ ਭਰਿਆ ਏ, ਜਾਂ ਕਬੀਰ ਸਾਹਿਬ ਨੂੰ ਜਿੱਤ ਕੇ ਲਿਆ। ਆਂਦਾ ਇਹ ਕਿਹੜੀ ਗੱਲ, ਮੈਂ ਹੁਣੇ ਜਿੱਤ ਲੈਣਾ। ਇਹ ਜਾ ਕੇ ਕਹਿਣ ਲੱਗਾ, ਕਬੀਰ ਸਾਹਿਬ ਜੀ ਘਰੇ ਹੀ ਆ। ਦਰਵਾਜ਼ਾ ਖੜਕਾਇਆ, ਅੱਗੋਂ ਕਬੀਰ ਸਾਹਿਬ ਦੀ ਬੇਟੀ ਆ। ਉਹ ਕਹਿੰਦੀ ਨਹੀਂ, ਉਹ ਘਰ ਨਹੀਂ ਹੈਗੇ। ਕਹਿੰਦਾ ਕਿੱਥੇ ਗਏ ਨੇ? ਕਹਿੰਦੀ ਵੀ ਉਹ ਉੱਥੇ ਗਏ ਆ ਜਿੱਥੇ ਤੇਰਾ ਜੇ ਦਾਖਲਾ ਹੀ ਨਹੀਂ ਹੋਇਆ, ਉਹ ਸਕੂਲ 'ਚ ਪੜ੍ਹਾਉਂਦੇ ਆ। ਇਹ ਚੁੱਪ ਕਰਕੇ ਪਛਾਣ ਮੋੜ ਆਇਆ। ਜਵਾਬ ਕਰਾਰਾ ਮਿਲਿਆ ਗਾੜੀਆਂ। ਥੋੜਾ ਜਿਹਾ ਦੂਰ ਆਇਆ ਜੇ ਘਰ ਤੋਂ, ਤੇ ਗਾੜੀ ਭਗਤ ਕਬੀਰ ਸਾਹਿਬ ਮਿਲ ਪਏ। ਆਂਦੇ ਆਓ ਬ੍ਰਾਹਮਣ ਜੀ, ਕਿੱਧਰ ਆਏ ਜੀ? ਕਹਿੰਦਾ ਮੈਂ ਕਬੀਰ ਸਾਹਿਬ ਨੂੰ ਮਿਲਣਾ। ਕਹਿੰਦੇ ਕਬੀਰ ਸਾਹਿਬ ਅਸੀਂ ਆ, ਦੱਸੋ। ਤੁਹਾਡੇ ਨਾਲ ਬਹਿਸ ਕਰਨੀ, ਚਰਚਾ ਕਰਨੀ ਹੈ। ਉਹ ਕਹਿੰਦੇ ਚਰਚਾ ਕਰਨੀ ਚੰਗੀ ਨਹੀਂ ਹੁੰਦੀ। ਕਿਉਂ ਕਰਨੀ ਚਰਚਾ? ਨਹੀਂ, ਅਸੀਂ ਚਰਚਾ ਕਰਨੀ ਹੈ ਰੱਬ ਦੇ ਵਿਸ਼ੇ ਤੇ। ਉਹ ਕਹਿਣ ਲੱਗੇ ਵੀ ਰੱਬ ਦੀ ਕਾਹਦੀ ਚਰਚਾ ਕਰਨੀ ਹੈ, ਰੱਬ ਤੇ ਇੱਕ ਹੀ ਹੈ, ਉਹਦੀ ਕਾਹਦੀ ਚਰਚਾ ਕਰਨੀ ਹੈ? ਉਹਨੂੰ ਤਾਂ ਪ੍ਰੇਮ ਨਾਲ, ਜਿਹਨੇ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ, ਜਿਹੜਾ ਪ੍ਰੇਮ ਕਰਦਾ ਉਹਨੂੰ ਉਹੀ ਪਾ ਲੈਂਦਾ ਹੈ। ਆਖਣ ਲੱਗਾ ਨਹੀਂ, ਮੈਂ ਤੁਹਾਡੇ ਨਾਲ ਚਰਚਾ ਕਰਕੇ ਤੁਹਾਨੂੰ ਜਿੱਤ ਕੇ ਜਾਣਾ, ਤੁਹਾਨੂੰ ਹਰਾ ਕੇ ਆਪ ਜਿੱਤਣਾ ਮੈਂ। ਤੇ ਕਬੀਰ ਸਾਹਿਬ ਕਹਿੰਦੇ ਇੰਨੀ ਐਵੇਂ ਬਹਿਸ ਕਿਉਂ ਕਰਨੀ ਆ? ਉਹ ਤੂੰ ਭਰਾਵਾ ਉਦਾਂ ਹੀ ਜਿੱਤਿਆ ਤੇ ਮੈਂ ਹਾਰਿਆ, ਤੇ ਤੂੰ ਜਾ ਜਲ ਪਾਣੀ ਛਕਣਾ ਤੇ ਤਿਆਰ ਕਰ ਦਿੰਦੇ ਆ, ਬਹਿ ਕੇ ਛਕ ਲਾ। ਕਹਿੰਦਾ ਜਲ ਪਾਣੀ ਨਹੀਂ ਛਕਣਾ, ਇਦਾਂ ਦੀ ਗੱਲ ਬਣਦੀ। ਮੈਂ ਤੇ ਮਾਂ ਨੂੰ ਕਹਿ ਕੇ ਆਇਆ ਤੈਨੂੰ ਜਿੱਤ ਕੇ ਆਉਣਾ, ਮੈਨੂੰ ਲਿਖ ਕੇ ਦੇ। ਕਬੀਰ ਸਾਹਿਬ ਜੀ ਨੇ ਲਿਖ ਦਿੱਤਾ। ਕਬੀਰ ਸਾਹਿਬ ਹਾਰਿਆ ਤੇ ਉਹਦਾ ਨਾਂ ਰੱਖਿਆ ਸੀ ਸਮੂਹ ਜਿੱਤ, ਵੀ ਸਭ ਨੂੰ ਜਿੱਤ ਲੈਂਦਾ ਸੀ ਉਹ ਬੰਦਾ, ਤੇ ਲਿਖਤਾ ਸਮੂਹ ਜਿੱਤ ਜਿੱਤਿਆ। ਉਹ ਵਰਕਾ ਉਹਨੂੰ ਲਾਈ ਤੈਅ ਤੇ ਆਪਣੇ ਘਰ ਲੈ ਗਿਆ। ਜਾਂ ਕਹਿੰਦਾ ਆ ਲੈ ਮਾਂ ਜਿੱਤ ਲਿਆਏ ਕਬੀਰ ਸਾਹਿਬ ਨੂੰ। ਉਹ ਵੇਖ ਕੇ ਪੜ੍ਹਿਆ, ਕਹਿੰਦੀ ਵੇਖ ਉੱਤੇ ਲਿਖਿਆ ਕੀ ਹੈ। ਜੇ ਵੇਖਿਆ ਉੱਤੇ ਲਿਖਿਆ ਕਬੀਰ ਸਾਹਿਬ ਜਿੱਤਿਆ, ਸਮੂਹ ਜਿੱਤ ਹਾਰਿਆ। ਕਹਿੰਦੀ ਆ ਵੇਖ ਕੀ ਲਿਖਿਆ ਹੈ। ਤੂੰ ਆਨਾ ਮੈਂ ਜਿੱਤ ਕੇ ਆਇਆ। ਆਂਦਾ ਮੈਂ ਵੀ ਆਖਿਆ ਵੀ ਏਡੀ ਛੇਤੀ ਕਬੀਰ ਸਾਹਿਬ ਨੇ ਲਿਖਤਾ, ਮੈਂ ਤੇ ਉੱਥੇ ਪੜ੍ਹਿਆ ਹੀ ਨਹੀਂ, ਆਪਣੇ ਆਪ ਨੂੰ ਜਿੱਤਿਆ ਲਿਖ ਲਿਆ ਤੇ ਮੈਨੂੰ ਹਰਾਤਾ ਹੀ। ਮੈਂ ਵੀ ਆਖਿਆ ਵੀ ਏਡੀ ਛੇਤੀ ਕਿਉਂ ਮੰਨ ਗਿਆ? ਕੋਈ ਨਹੀਂ, ਆਂਦਾ ਹੁਣ ਮੈਂ ਵੇਖ ਕੇ ਆਊਂਗਾ। ਦੂਜੀ ਵਾਰੀ ਫੇਰ ਗਿਆ। ਆਂਦਾ ਕਬੀਰ ਸਾਹਿਬ ਧੋਖਾ ਕਰ ਗਏ ਹੋ। ਦੇ ਕਾਹਦਾ? ਅਜੇ ਤੁਸੀਂ ਗਲਤ ਲਿਖਤਾ। ਆਂਦੇ ਲਿਆਓ ਅਸੀਂ ਦੋਹਰੇ ਲਿਖ ਦਿੰਦੇ ਆ। ਕਹਿੰਦਾ ਮੈਂ ਆਪ ਲਿਖਾਉਣਾ, ਮੇਰੇ ਸਾਹਮਣੇ ਲਿਖੋ। ਸਾਹਮਣੇ ਲਿਖਿਆ ਕਬੀਰ ਸਾਹਿਬ ਹਾਰਿਆ, ਸਮੂਹ ਜਿੱਤ ਜਿੱਤਿਆ। ਉਹ ਲੈ ਕੇ ਵਰਕਾ ਆਪ ਪੜ੍ਹ ਕੇ ਚੰਗੀ ਤਰ੍ਹਾਂ, ਫਿਰ ਉਹਦੀ ਲਾਈ ਤੈਅ, ਉਹਨੂੰ ਘਰ ਲੈ ਆਇਆ। ਲੈ ਕੇ ਆਂਦਾ ਮਾਂ ਆ ਲੈ, ਆ ਵੇਖ ਲਾ ਮੈਂ ਲਿਖਾ ਲਿਆ ਹੈ। ਚਲੋ ਫਿਰ ਵਰਕਾ ਖੋਲਿਆ, ਉੱਤੇ ਲਿਖਿਆ ਕਬੀਰ ਸਾਹਿਬ ਜਿੱਤਿਆ, ਸਮੂਹ ਜਿੱਤ ਹਾਰਿਆ। ਕਹਿੰਦੀ ਆ ਕੀ ਲਿਖਾ ਕੇ ਲਿਆ? ਤੂੰ ਤਾਂ ਫੇਰ ਹਾਰ ਕੇ ਆਇਆ। ਕਹਿੰਦਾ ਨਹੀਂ, ਇਹ ਕੀ ਗੱਲ ਹੋਈ? ਉੱਥੇ ਤਾਂ ਮੈਂ ਇੱਦਾਂ ਹੀ ਲਿਖਾ ਕੇ ਆਇਆ, ਲੱਗਦਾ ਕੋਈ ਜਾਦੂਗਰ ਹੈ, ਇਹ ਬਦਲ ਦਿੰਦਾ। ਕਹਿੰਦਾ ਕੋਈ ਨਹੀਂ, ਨਿਗਾਹ ਤੋਂ ਬਗੈਰ ਹੁਣ ਬਦਲੂ ਕਿੱਦਾਂ? ਮੈਂ ਫੇਰ ਜਾਣਾ। ਫੇਰ ਗਿਆ। ਆਂਦਾ ਕਬੀਰ ਸਾਹਿਬ ਫੇਰ ਧੋਖਾ ਕਰ ਗਏ ਹੋ। ਆਹ ਕੀ ਹੋਇਆ? ਕਬੀਰ ਸਾਹਿਬ ਕਹਿੰਦੇ ਵੀ ਕਿਉਂ ਗੁੱਸੇ ਕਿਉਂ ਨਾ ਸੀ? ਫੇਰ ਲਿਖ ਦਿੰਦੇ ਅਸੀਂ, ਕਿਹੜੇ ਕੋਈ ਤੇਰੇ ਨਾਲ ਬਹਿਸ ਕਰਦੇ ਆ।
ਅਸੀਂ ਫੇਰ ਲਿਖ ਦਿੰਦੇ ਆ ਤੂੰ ਉਦਾਂ ਹੀ ਜਿੱਤਿਆ ਸਹੀ। ਕਬੀਰ ਸਾਹਿਬ ਨੇ ਲਿਖਿਆ, ਕਬੀਰ ਸਾਹਿਬ ਹਾਰਿਆ ਸਮੂਹ ਜਿੱਤ ਜਿੱਤਿਆ। ਕਹਿੰਦਾ ਆਪਾਂ ਪਰਚੀ ਬੰਦ ਨਹੀਂ ਕਰਨੀ, ਪੜ੍ਹਦੇ ਹੀ ਜਾਣਾ ਘਰ ਤੱਕ ਵੀ ਕਿੱਧਰ ਚੱਲ ਜੂ। ਉਹ ਪੜ੍ਹਦਾ ਹੀ ਆਇਆ, ਕਬੀਰ ਸਾਹਿਬ ਹਾਰਿਆ ਸਮੂਹ ਜਿੱਤ ਜਿੱਤਿਆ। ਜਦੋਂ ਘਰ ਲਿਆ ਕਹਿੰਦਾ ਵੇਖ ਮਾਂ, ਜਦੋਂ ਮਾਂ ਵੱਲ ਵੇਖਿਆ ਤਾਂ ਉਹ ਫੇਰ ਬਦਲ ਗਿਆ। ਉੱਤੇ ਫੇਰ ਲਿਖਿਆ ਕਬੀਰ ਸਾਹਿਬ ਜਿੱਤਿਆ ਸਮੂਹ ਜਿੱਤ ਹਾਰਿਆ। ਉਹ ਕਹਿਣ ਲੱਗੀ ਕਿੰਨੀ ਕੁ ਵਾਰ ਲਿਖਾ ਕੇ ਲਿਆਵੇਂਗਾ, ਲਿਖ ਤੇ ਤੂੰ ਫੇਰ ਉਹੀ ਲਿਆਉਣਾ, ਮੇਰੇ ਕੋਲ ਆ ਕੇ ਤੂੰ ਝੂਠ ਮਾਰ ਦੇਣਾ। ਅਖੀਰ ਨੂੰ ਉਹ ਫੜ ਲਿਆ ਵਰਕਾ ਤੇ ਵਾਪਸ ਮੁੜ ਪਿਆ। ਆਂਦਾ ਕਬੀਰ ਸਾਹਿਬ ਆ ਫੇਰ ਉਹੀ ਗੱਲ ਹੋ ਗਈ ਹੈ। ਤੇ ਕਬੀਰ ਸਾਹਿਬ ਆਂਦੇ ਫੇਰ ਕੀ ਆ, ਲਿਆ ਮੈਂ ਫੇਰ ਲਿਖ ਦੇਣਾ। ਕਹਿੰਦਾ ਨਹੀਂ ਹੁਣ ਨਹੀਂ ਲਿਖਾਉਣਾ, ਇਹ ਮੈਨੂੰ ਦੱਸੋ ਵੀ ਇਹ ਚੱਕਰ ਕੀ ਹੈ ਵੀ ਮੈਂ ਜਿੱਤ ਕੇ ਵੀ ਹਾਰ ਜਾਣਾ, ਤੁਸੀਂ ਹਾਰ ਕੇ ਵੀ ਜਿੱਤ ਜਾਂਦੇ ਹੋ। ਜਦੋਂ ਮਾਂ ਸਾਹਮਣੇ ਪਰਚੀ ਕੀਤੀ ਮੈਂ ਤੇ ਪੜ੍ਹਦਾ ਗਿਆ, ਉੱਥੇ ਜਾ ਕੇ ਫੇਰ ਅੱਖਰ ਬਦਲ ਗਏ ਆ। ਇਹ ਨਿਗਾਹ ਦਾ ਧੋਖਾ ਹੋ ਜਾਂਦਾ ਕਿ ਜਾਂ ਤੁਸੀਂ ਲਿਖਦੇ ਕੀ, ਚੱਕਰ ਕੀ ਹੈ ਇਹ। ਤੇ ਕਬੀਰ ਸਾਹਿਬ ਕਹਿੰਦੇ ਗੱਲ ਇਹੀ ਹੈ, ਤੂੰ ਜਿੱਤ ਕੇ ਵੀ ਹਾਰ ਜਾਣਾ ਹੈ, ਅਸੀਂ ਹਾਰ ਕੇ ਵੀ ਜਿੱਤ ਜਾਂਦੇ ਆ, ਕਿਉਂਕਿ ਅਸੀਂ ਬੈਸਣ ਵਾਲੇ ਨਹੀਂ। ਅਕਾਲ ਪੁਰਖ ਦੇ ਭਾਣੇ ਵਿੱਚ ਰਹੋ। ਜਿਹੜਾ ਨੀਵਾਂ ਹੁੰਦਾ ਨਾ, ਊੜਾ ਐੜਾ ਵੇਖ ਲਓ ਜਾਂ ਹਿੰਦੀ ਦਾ ਕਾਖਾ ਵੇਖ ਲਓ, ਜਿਹੜਾ ਅੱਖਰ ਪੈਰ 'ਚ ਪੈਂਦਾ ਨਾ, ਪੈਰੀਂ ਜਿਹੜਾ ਪੈ ਗਿਆ ਉਹ ਵੱਡਾ ਹੁੰਦਾ ਹੈ। ਜਿਹੜੇ ਹਿੰਦੀ ਪੜ੍ਹਦੇ ਆ ਨਾ, ਉਹ ਜਦੋਂ ਵੇਖਿਓ ਜਿਹੜੀਆਂ ਮਾਤਰਾ ਪੈਰਾਂ 'ਚ ਹੁੰਦੀਆਂ ਨਾ, ਉਹਨਾਂ ਨੂੰ ਅੱਖਰ ਵੱਡੇ ਗਿਣਿਆ ਜਾਂਦਾ ਹੈ। ਤੇ ਵੱਡੇ ਗਿਣਿਆ ਕਿਉਂ ਜਾਂਦਾ, ਜਿਹੜਾ ਪੈਰੀਂ ਪੈ ਗਿਆ ਉਹ ਵੱਡਾ ਹੈ। ਭਗਤ ਕਬੀਰ ਸਾਹਿਬ ਕਹਿੰਦੇ ਜਿਹੜਾ ਆਪਣੇ ਆਪ ਨੂੰ ਹਰਾਉਂਦਾ ਹੈ ਨਾ ਵੀ ਮੈਂ ਨੀਵਾਂ ਵਾਂ, ਉਹ ਉੱਚਾ ਹੋ ਜਾਂਦਾ ਹੈ। ਕਿਉਂਕਿ ਗੁਰੂ ਕੀ ਗੁਰਬਾਣੀ ਵੀ ਆਖਦੀ ਹੈ ਨਾ, ਆਪ ਸਕੋ ਜੋ ਜਾਣੇ ਨੀਚਾ ਸੋ ਗਨੀਏ ਸਭ ਤੇ ਉੱਚਾ। ਇਸ ਕਰਕੇ ਤੂੰ ਆਪਣੇ ਆਪ ਵਿੱਚ ਅਹੰਕਾਰ ਵਿੱਚ ਭਰਿਆ ਏ। ਗੱਲ ਹੀ ਤੇਰੀ ਐ ਵੀ ਤੂੰ ਕਹਿੰਦਾ ਮੈਨੂੰ ਜਿੱਤ ਕੋਈ ਨਹੀਂ ਸਕਦਾ, ਤਾਂ ਤੂੰ ਜਿੱਤ ਕੇ ਹਾਰਦਾ ਏ। ਅਸੀਂ ਹਾਰ ਕੇ ਵੀ ਜਿੱਤ ਜਾਂਦੇ ਹਾਂ, ਕਿਉਂਕਿ ਅਸੀਂ ਤੇਰੇ ਨਾਲ ਬਹਿਸ ਹੀ ਨਹੀਂ ਕਰਦੇ। ਅਸੀਂ ਆਪਣੇ ਆਪ ਨੂੰ ਕੁਝ ਗਣਾਉਂਦੇ ਹੀ ਨਹੀਂ, ਆਪਣਾ ਆਪ ਜਣਾਉਂਦੇ ਹੀ ਨਹੀਂ ਆ। ਅਸੀਂ ਨੀਵੇਂ ਆ ਤੇ ਉਹ ਨੀਵਿਆਂ ਨੂੰ ਜਿਹੜਾ ਮਾਲਕ ਹੈ ਉੱਚੇ ਕਰ ਦਿੰਦਾ ਏ। ਨੀਚ ਊਚ ਕਰੇ ਮੇਰਾ ਗੋਬਿੰਦ, ਕਾਹਦ ਨਾ ਡਰੇ। ਉਹ ਨਹੀਂ ਕਿਸੇ ਤੋਂ ਡਰਦਾ, ਨਾ ਉਹਨੂੰ ਕੋਈ ਡਰਾ ਸਕਦਾ ਤੇ ਨਾ ਉਹ ਕਿਸੇ ਤੋਂ ਡਰਦਾ ਹੀ ਹੈ। ਸੋ ਇਦਾਂ ਕਰਕੇ ਮਹਾਂਪੁਰਖ ਕਹਿੰਦੇ ਵੀ ਕਿਸੇ ਨਾਲ ਬਹਿਸ ਨਹੀਂ ਕਰਨੀ। ਬਹਿਸ ਵਿੱਚੋਂ ਕੁਝ ਪ੍ਰਾਪਤ ਨਹੀਂ ਹੁੰਦਾ। ਐਵੇਂ ਸਿਰ ਖਪਾਈ ਨਾ ਕਰੋ, ਉਹ ਨਾ ਸਿਮਰਨ ਕਰੋ ਹਜੇ ਨਾ ਅਗਲੇ ਨਾਲ ਬਹਿਸੀ ਜਾਣਾ। ਬਹਿਸਣ ਤੋਂ ਬਾਅਦ ਵਿੱਚ ਵੀ ਮਨ ਦੀ ਇਕਾਗਰਤਾ ਜਿਹੜੀ ਉਹ ਖਰਾਬ ਹੋਵੇਗੀ। ਇਸ ਕਰਕੇ ਬਹਿਸੋ ਨਾ, ਉਹਨੂੰ ਕਹੇ ਬਾਬੂ ਤੂੰ ਆਪਣਾ ਕੰਮ ਕਰੀ ਜਾ, ਫਿਰ ਅਸੀਂ ਆਪਣਾ ਸਿਮਰਨ ਕਰਦੇ ਗੁਰੂ ਦਾ, ਤੂੰ ਆਪਣਾ ਕਰੀ ਜਾ। ਸੋ ਇਦਾਂ ਇੱਕ ਨੰਬਰ ਤੇ ਮਹਾਂਪੁਰਖ ਕਹਿਣ ਲੱਗੇ ਵੀ ਇੱਕ ਦੇ ਸਿੱਟੇ ਦੀ ਗੱਲ ਇਹ ਹੈ, ਕੋਈ ਵੀ ਮਤ ਦਾ ਕਿਸੇ ਧਰਮ ਦਾ ਕੋਈ ਸਾਧੂ ਪੁਰਸ਼ ਆਉਂਦਾ ਹੈ ਉਹਨੂੰ ਜ਼ਰੂਰ ਮਿਲੋ। ਉਹ ਆਉਂਦਾ ਹੈ ਉਹਦੀ ਸੇਵਾ ਕਰੋ, ਉਹਦਾ ਆਦਰ ਮਾਣ ਸਤਿਕਾਰ ਕਰੋ। ਤੇ ਜੇ ਸਿਧਾਂਤ ਵਾਲਾ ਹੈ ਨਾ, ਦਲੀਲ ਵਾਲਾ ਹੈ ਤੇ ਫਿਰ ਠੀਕ ਹੈ। ਜੇ ਨਹੀਂ ਦਲੀਲ ਵਾਲਾ ਤੇ ਉਹਦੇ ਨਾਲ ਐਵੇਂ ਬਹਿਸੋ ਉਹਨਾਂ ਨੂੰ ਕਹੇ ਤੂੰ ਚੱਲ ਆਪਣੇ ਘਰ ਤੇ ਅਸੀਂ ਆਪਣੇ ਘਰ। ਪਹਿਲਾ ਸਿੱਟੇ ਦੀ ਗੱਲ ਇਹ ਹੈ। ਤੇ ਦੂਜੀ ਮਹਾਂਪੁਰਖ ਕਹਿਣ ਲੱਗੇ ਵੀ ਗੁਰੂ ਨਾਨਕ ਨਾਮ ਲੇਵਾ ਕੋਈ ਵੀ ਹੋਵੇ, ਭਾਵੇਂ ਉਹ ਕਿਸੇ ਭੇਖ ਦਾ ਹੋਵੇ, ਗੁਰੂ ਨਾਨਕ ਸਾਹਿਬ ਜੀ ਨੂੰ ਜਿਹੜਾ ਮੰਨਣ ਵਾਲਾ ਹੈ ਉਹ ਨਿਰਮਲਾ ਹੋਵੇ, ਉਹ ਉਦਾਸੀਨ ਪੰਥੀ ਹੋਵੇ, ਅੰਮ੍ਰਿਤ ਵੇਲੇ ਉੱਠ ਕੇ ਉਹ ਇਸ਼ਨਾਨ ਕਰੇ। ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਤੇ ਗੁਰੂ ਗੁਰੂ ਜਪੇ। ਗੁਰੂ ਗੁਰੂ ਜਪ ਕੇ ਤੇ ਗੁਰੂ ਅੰਗ ਸੰਗ ਹੁੰਦਾ ਏ ਜਿਹੜਾ ਗੁਰੂ ਨੂੰ ਜਪਦਾ ਏ। ਸੋ ਸਤਿਗੁਰੂ ਪਾਤਸ਼ਾਹ ਜੀ ਦੀ ਗੁਰਬਾਣੀ ਦਾ ਫਰਮਾਨ ਹੈ ਨਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਸਤਿਗੁਰੂ ਜੀ ਦੀ ਗੁਰਬਾਣੀ ਦਾ ਫਰਮਾਨ ਹੈ। ਗੌੜੀ ਰਾਗ ਵਿੱਚ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਆ। ਇਹ ਸਿੱਖ ਦੀ ਡੈਫੀਨੇਸ਼ਨ ਹੈ, ਸਿੱਖ ਦੀ ਪਰਿਭਾਸ਼ਾ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉੱਠ ਹਰ ਨਾਮ ਧਿਆਵੈ। ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੇ। ਫਿਰ ਚੜੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ।
ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੈ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੇ ਔਰੈ ਨਾਮ ਜਪਾਵੇ। ਪਰ ਕਿਨੂੰ ਜਿਸ ਨੂੰ ਦਇਆਲ ਹੋਵੇ ਮੇਰਾ ਸੁਆਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ। ਜਿਹਦੇ ਤੇ ਉਹ ਅਕਾਲ ਪੁਰਖ ਦਿਆਲ ਹੋ ਜਾਵੇ। ਇਹ ਪ੍ਰਭਾਸ਼ਾ ਹੈ ਗੁਰਸਿੱਖ ਦੀ। ਭਲਕੇ ਦਾ ਮਤਲਬ ਹੈ ਅੰਮ੍ਰਿਤ ਵੇਲਾ। ਅੰਮ੍ਰਿਤ ਵੇਲੇ ਉੱਠੇ ਜਿਹੜਾ ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਜਿਹੜਾ ਗੁਰੂ ਦਾ ਸਿੱਖ ਖਵਾਉਂਦਾ ਹੈ ਨਾ, ਉਹ ਭਾਵੇਂ ਅੰਮ੍ਰਿਤਧਾਰੀ ਹੈ ਭਾਵੇਂ ਸਹਿਜਧਾਰੀ ਹੈ, ਉਹਨੇ ਨਹੀਂ ਵੀ ਅੰਮ੍ਰਿਤ ਛਕਿਆ, ਜਿਹੜਾ ਗੁਰੂ ਕਾ ਸਿੱਖ ਖਵਾਉਂਦਾ ਹੈ ਉਹ ਅੰਮ੍ਰਿਤ ਵੇਲੇ ਉੱਠ ਕੇ ਤੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰੇ, ਉਦਮ ਕਰੇ ਇਸ਼ਨਾਨ ਕਰਨ ਵਾਸਤੇ, ਉਦਮ ਕਰਕੇ ਇਸ਼ਨਾਨ ਕਰੇ, ਉਪਰੰਤ ਸਿਮਰਨ ਕਰੇ। ਤੇ ਜਦੋਂ ਗੁਰੂ ਦਾ ਉਪਦੇਸ਼ ਦਿੱਤਾ ਹੋਇਆ ਵਾਹਿਗੁਰੂ ਗੁਰਮੰਤਰ ਦਾ ਜਾਪ ਕਰੇਗਾ ਨਾ, ਤੇ ਕਿੱਲ ਵੇਖ ਹੁੰਦੇ ਜਿਹੜੇ ਕਿੱਲਿਆਂ ਵਾਂਗ ਗੱਡੇ ਹੁੰਦੇ ਆ ਨਾ, ਪਾਪ ਜਿਹੜੇ ਕਿੱਲਿਆਂ ਵਾਂਗ ਠੁਕੇ ਹੁੰਦੇ ਆ, ਕਿੱਲ ਵੇਖ ਪਾਪ, ਉਹ ਸਾਰੇ ਦੂਰ ਹੋ ਜਾਂਦੇ ਆ। ਜਿਹੜੇ ਜ਼ਹਿਰ ਦੇ, ਜਿਹੜੇ ਵਿਖ ਦੇ ਜਿਹੜੇ ਕਿੱਲੇ ਠੁਕੇ ਹੁੰਦੇ ਆ ਨਾ, ਹੰਕਾਰ ਦੇ, ਹਉਮੈ ਦੇ, ਕਿਸੇ ਤਰ੍ਹਾਂ ਦੇ ਵੀ ਆ ਪਾਪ ਦੇ, ਉਹ ਸਾਰੇ ਦੂਰ ਹੋ ਜਾਂਦੇ ਆ। ਦਿਨ ਚੜੇ ਨਿਤਨੇਮ ਕਰੇ, ਗੁਰਬਾਣੀ ਪੜ੍ਹੇ, ਉਦੋਂ ਬਾਅਦ ਵਿੱਚ ਬਹਿੰਦਿਆਂ ਉੱਠਦਿਆਂ ਸਾਰੀ ਦਿਹਾੜੀ ਵਾਹਿਗੁਰੂ ਵਾਹਿਗੁਰੂ ਜਪੇ, ਨਿਤਨੇਮ ਵੀ ਕਰੇ, ਫਿਰ ਵਾਹਿਗੁਰੂ ਵਾਹਿਗੁਰੂ ਜਪੇ। ਫਿਰ ਜਿਹਦੇ ਤੇ ਦਿਆਲ ਹੋਵੇ ਨਾ ਅਕਾਲ ਪੁਰਖ ਵਾਹਿਗੁਰੂ, ਜਿਹੜਾ ਗੁਰੂ ਗੁਰੂ ਜਪੇ, ਫਿਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅਸੀਂ ਉਹਨਾਂ ਦੇ ਚਰਨਾਂ ਦੀ ਧੂੜ ਤੋਂ ਬਲਿਹਾਰ ਜਾਂਦੇ ਹਾਂ। ਕਹਿੰਦੇ ਜਿਹੜਾ ਆਪ ਜਪਦਾ ਤੇ ਦੂਜਿਆਂ ਨੂੰ ਨਾਮ ਜਪਾਉਂਦਾ ਹੈ। ਸੋ ਇਹ ਉਪਦੇਸ਼ ਜਿਹੜਾ ਹੈ ਮਹਾਂਪੁਰਖ ਕਹਿੰਦੇ ਇਹ ਧਾਰਨ ਕਰੇ। ਇਹਦੋਂ ਬਾਅਦ ਵਿੱਚ ਤੀਸਰੀ ਗੱਲ ਸਿੱਟੇ ਦੀ ਮਹਾਂਪੁਰਖ ਕਹਿੰਦੇ ਜਿਹਨੇ ਅੰਮ੍ਰਿਤ ਛਕਿਆ ਹੋਵੇ, ਅੰਮ੍ਰਿਤਧਾਰੀ ਜਿਹੜਾ ਖਾਲਸਾ ਹੋਵੇ, ਅੰਮ੍ਰਿਤ ਛਕਣ ਮਗਰੋਂ ਜਿਹੜੇ ਨਿਯਮ ਦੱਸਦੇ ਆ ਨਾ ਪੰਜ ਪਿਆਰੇ, ਉਹਨਾਂ ਦੀ ਪਾਲਣਾ ਕਰੇ। ਅੰਮ੍ਰਿਤ ਵੇਲੇ ਜਾਗਣ ਦਾ ਨਿਯਮ ਪਾਲਦੇ ਹੋਏ ਆ ਗੁਰੂ ਦੀਆਂ ਦਸੀਆਂ ਰਹਿਤਾਂ ਜਿਹੜੀਆਂ ਨਾ ਉਹਨਾਂ ਦਾ ਧਾਰਨੀ ਹੋਵੇ, ਤੇ ਗੁਰੂ ਦੇ ਮੁਤਾਬਕ ਆਪਣਾ ਜੀਵਨ ਬਤੀਤ ਕਰੇ। ਗੁਣੀਆਂ ਵਿਦਵਾਨਾਂ ਸਾਧੂਆਂ ਦੀ ਸੰਗਤ ਜ਼ਰੂਰ ਕਰੇ, ਗੁਰਮੁਖਾਂ ਦੀ ਆਦਰ ਮਾਨ ਕਰੇ, ਪਰ ਕਿਸੇ ਦੇਹ ਧਾਰੀ ਨੂੰ ਗੁਰੂ ਨਾ ਮੰਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਉਪਰੰਤ ਜਿਹੜਾ ਗੁਰੂ ਇੱਕ ਹੈ, ਇਹਨੂੰ ਹੀ ਗੁਰੂ ਮੰਨਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ। ਤੇ ਗੁਰੂ ਸਾਹਿਬ ਤੋਂ ਬਾਅਦ ਚ ਦੇਹ ਧਾਰੀ ਕਿਸੇ ਨੂੰ ਗੁਰੂ ਨਹੀਂ ਮੰਨਣਾ। ਸੋ ਏਦਾਂ ਕਬੀਰ ਸਮੁੰਦਨਾ ਛੋਡੀਏ ਜੋਵਤ ਖਾਰੋ ਹੋਏ, ਪੋਖਰ ਪੋਖਰ ਢੂੰਡ ਤੇ ਭਲੋ ਨਾ ਕਹੈ ਕੋਏ। ਆਪਣੇ ਗੁਰੂ ਤੇ ਭਰੋਸਾ ਰੱਖਣਾ ਹੈ, ਆਪਣੇ ਗੁਰੂ ਤੇ ਯਕੀਨ ਰੱਖਣਾ ਹੈ, ਆਪਣੇ ਗੁਰੂ ਦੇ ਬਣ ਕੇ ਰਹਿਣਾ ਹੈ। ਜੋ ਪੰਜਾਂ ਪਿਆਰਿਆਂ ਨੇ ਆਖਿਆ ਹੈ ਨਾ ਅੰਮ੍ਰਿਤ ਛਕਾਉਣ ਲੱਗਿਆ, ਉਹੀ ਗੱਲ ਮੰਨਣੀ, ਦੂਜੇ ਦੀ ਨਹੀਂ ਮੰਨਣੀ। ਇਹ ਨਾ ਕਿ ਵੀ ਸਾਡਾ ਬਾਬਾ ਤੇ ਇੰਜ ਕਹਿੰਦਾ, ਜਿਹੜੇ ਬਾਬੇ ਨੂੰ ਅਸੀਂ ਮੰਨਦੇ ਆ ਨਾ ਉਹ ਤੇ ਇਦਾਂ ਕਹਿੰਦਾ ਵੀ ਭਾਵੇਂ ਦਿਨ ਚੜੇ ਨਹਾ ਲਓ, ਕੋਈ ਨਹੀਂ, ਭਾਵੇਂ ਪਾਠ ਥੋੜਾ ਵੀ ਕਰ ਲਓ। ਕਈ ਕਹਿੰਦੇ ਮਨ ਸਾਫ਼ ਹੋਣਾ ਚਾਹੀਦਾ, ਸਾਡਾ ਬਾਬਾ ਕਹਿੰਦਾ, ਤੇ ਬਾਬੇ ਦੀ ਨਹੀਂ ਮੰਨਣੀ, ਉੱਥੇ ਮੰਨਣੀ ਹੈ ਪੰਜਾਂ ਪਿਆਰਿਆਂ ਦੀ। ਗੁਰੂ ਹੈ ਆਪਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜੋ ਪੰਜ ਪਿਆਰਿਆਂ ਨੇ ਕਿਹਾ, ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਮੈਂ ਪੰਜਾਂ ਦੇ ਵਿੱਚ ਵਰਤਾਂਗਾ, ਤੇ ਉਹਨਾਂ ਪੰਜਾਂ ਦੀ ਮੰਨਣੀ ਹੈ। ਜਿਨ੍ਹਾਂ ਨੂੰ ਸਿਰ ਦੇ ਕੇ ਅੰਮ੍ਰਿਤ ਛਕਿਆ ਹੈ ਨਾ, ਜਦੋਂ ਆਪਾਂ ਅੰਮ੍ਰਿਤ ਛਕਦੇ ਆ ਉਦੋਂ ਆਪਣਾ ਜਿਹੜਾ ਸਿਰ ਹੈ, ਆਪਣਾ ਅਸੀਸ ਹੈ, ਗੁਰੂ ਨੂੰ ਭੇਟਾ ਕਰ ਦਿੰਦੇ ਉੱਥੇ, ਫਿਰ ਗੁਰੂ ਦਾ ਹੋ ਜਾਂਦਾ ਹੈ। ਫਿਰ ਦੂਜਿਆਂ ਥਾਵਾਂ ਤੇ ਨਹੀਂ ਝੁਕਦਾ, ਜਿਹੜਾ ਗੁਰੂ ਦਾ ਹੋ ਜਾਂਦਾ ਹੈ। ਤੇ ਜੇ ਦੂਜਿਆਂ ਥਾਵਾਂ ਤੇ ਝੁਕ ਗਿਆ ਫਿਰ ਗੁਰੂ ਨਹੀਂ। ਸੱਚੇ ਪਾਤਸ਼ਾਹ ਜੀ ਕਹਿੰਦੇ ਆ ਫਿਰ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਰਹਿਤ ਪਿਆਰੀ ਆ, ਸਿੱਖ ਨਹੀਂ ਪਿਆਰਾ। ਰਹਿਤਵਾਨ ਜਿਹੜਾ ਖਾਲਸਾ ਹੈ ਉਹੀ ਹੈ, ਤੇ ਜਿਹੜਾ ਰਹਿਤ ਹੀ ਨਹੀਂ ਰੱਖਦਾ
महाराज कहते जापे गए विप्रन की रीत मैं न करूँ इनकी प्रतीत, फिर तुरया फिर जिधर मर्जी। सो महापुरखा ने एक तीजा वचन दसिया ते चौथी सिट्टे की गल इंनियां कि आप जी ने कल सरवण कर लिया ना, हुण चौथी जिहड़ी अगे आरंभ होण लगी है। चौथी गल जिहड़ी वो महापुरख कहंदे भी जिहड़ा सिख है वो चोरी जारी ना करे। चोर यार युवार ते बुरा रहिंदा निंदक सिर, बाकी दा सारा भार निंदक दे सिर दे पाता। ये माड़े है निंदक चोर यार युवार, महाराज कहंदे इन्हां तों बचना। सो इत्थे महापुरख कह रहे आ भी जिहड़ा सिख है वो चोरी यारी ना करे, झूठ ते फरेब तो वो संकोच रखे, झूठ ना बोले, झूठ ना खाए। जदों बंदा झूठ खांदा है उदों भी उहदा अंदर खराब हुंदा है, ते जदों झूठ मारदा है झूठ बोलदा है उदों भी अंदर उहदा खराब हुंदा है। सो इदां तो बचना है, संकोच रखना है ते वाहिगुरू नूं निरंकार नूं निराकार रूप विच अपने अंग संग ही जानना है भी अकाल पुरख मेरे अंग संग ही है। सतगुरु की गुरबाणी भी आखदी है ना, घाट घाट मैं हर जू बसै संतन कहो पुकार। अकाल पुरख अपने नेड़े ही है, जे आप महसूस करिए तो अपने कोल ही है, उन्होंने अपने अंग संग ही जानना है। ते अंग संग जानते हुए महापुरख कहते किसी की बुराई ना सोचो, किसी का बुरा ना सोचो, क्योंकि घट घट में हर जू बसे। घट घट की ये आप सारे एक घड़े हैं, घटाकाश मटाकाश, ये वेदांत की पढ़ाई चाहता है, उन्होंने ग्रंथां च आउंदा है। घड़े भरे हो ना, घड़ियां च पानी भरिया हुंदा है। हुण ते नहीं, बाहर अजे भी राजस्थान वाल शायद होवे, भाई मनजीत सोच तू तो वेख्या होगा, बाहर गड्डियां लैके जाते रहे जे, वो होटलों से वेख्या ना किन्ने घड़े वड्डे वड्डे भर के रखे होंगे आ। सूरज चढ़ता है ना तो सूरज एक ही है ना, पर उन्होंने घड़ियां सारियां दे विच सूरज दिसदा है, जिन्हां च पानी भरिया हुंदा ना घड़ियां च, उहनूं कहंदे घटाकाश। इदां रब एक ही है, ਉਹਦਾ प्रकाश अपने सारियां दे विच है। जिवें वो सूरज का प्रकाश वो घड़ियां सारियां च है ना, सूरज तो एक ही है, पर प्रकाश भावें 15 घड़े पे सारियां च सूरज दिसन दिया है। इदां वो एक अकाल पुरख जिहड़ा ना वो एक ही है, अपने सारे आपां जिन्ने उहदे घड़े बनाए हुए ना, घट घट मैं हर जू बसे, वो सारियां दे विच इक्को ही रब दा प्रकाश है। मेरे विच भी है, तुहाडे विच भी है। फिर एक दूजे का बुरा जो सोचीए भी है तो वो इक्को दा ही प्रकाश है ना सारियां विच। इस करके जो आप एक दूजे का बुरा सोचते हैं ना, प्रकाश उस इक्को अकाल पुरख का ही है, उन्होंने भी बुरा लगता है। इस करके जिवें हुण वेखो सूरज जो चढ़ता है ना, उहदा प्रकाश सारियां थावां ते हुंदा है। हुण एक लैन नूं 10 कमरे आ, जो सामने सूरज चढ़िया उन्हां 10 विच उहदा प्रकाश होवेगा, उन्हां 10 दे विच ही उहदा प्रकाश होवेगा। वो कमरियां दा करके की है 10 थावां से प्रकाश होण दिया है, पर है सूरज एक ही। सो इस तरह महापुरख कहंदे भी किसी की बुराई नहीं करनी, क्योंकि सब दे विच परमात्मा वसदा है। ते जिहड़ा बुरा सोचण वाले अंदर अंदर सड़दे रहिंदे, कुड़दे रहिंदे अंदर। ते नाल महापुरख कहंदे भी जे हो सके गरीबां ते अनाथां ते यतीमां ते तरस करे, दुखियां लोड़वंदां ते सपैद पोशां दे भी हो सके ते सहायता करे। सो ऐसा करने वाला जिहड़ा मनुख है ना, वो महापुरख कहंदे उहदे अंदर किन्नी ठंड वरतदी है ना, वो आप ही जानदा है। जिहड़ा मनुख दूजियां दा भला करदा है ना, उहदा अंदर ठंडा रहिंदा है, उहदे अंदर जिन्हों कहंदे ना तरलो मच्छी कहंदे आ, अंदर तड़फदा रहिंदा। ये काम उहदे अंदर नहीं हुंदा जिहड़ा परोपकारी बंदा है। ते जिहड़ा ईरखालू होवे ना,
ਉਹਦਾ ਅੰਦਰ ਤੜਫਦਾ ਰਹਿੰਦਾ ਹੈ ਕਿ ਅੱਜ ਮੈਂ ਆਹ ਕਰਨਾ ਸੀ, ਆਹ ਨਹੀਂ ਹੋਇਆ। ਤੇ ਜਿਹੜਾ ਪਰਉਪਕਾਰੀ ਹੈ, ਪਰਉਪਕਾਰੀ ਦਾ ਮਨ ਤੜਫਦਾ ਨਹੀਂ, ਉਹਦਾ ਸ਼ਾਂਤ ਰਹਿੰਦਾ ਹੈ ਕਿ ਉਹਨੇ ਕਰਨਾ ਹੀ ਪਰਉਪਕਾਰ ਆ। ਤੇ ਜਿਹਨੇ ਬੁਰਾਈ ਕਰਨੀ ਉਹ ਤੜਫਦਾ ਹੀ ਰਹਿੰਦਾ ਹੈ, ਉਹਦਾ ਮਨ ਸ਼ਾਂਤ ਨਹੀਂ ਹੁੰਦਾ। ਸੋ ਮਹਾਂਪੁਰਖ ਕਹਿੰਦੇ ਵੀ ਦਿਆਲੂ ਵਾਲਾ ਸੁਭਾਅ ਰੱਖਣਾ, ਸਭ ਤੇ ਦਿਆਲਤਾ ਕਰਨੀ ਹੈ, ਗੁੱਸਾ ਨਹੀਂ ਕਰਨਾ ਕਿਸੇ ਤੇ ਵੀ, ਸਾਰਿਆਂ ਦੇ ਨਾਲ ਪ੍ਰੇਮ ਰੱਖਣਾ ਹੈ। ਤੇ ਮਹਾਂਪੁਰਖ ਕਹਿੰਦੇ ਵੇਖੋ ਇਸ ਸੰਸਾਰ ਦੇ ਵਿੱਚ ਆਪਾਂ ਆਏ ਆ, ਜਿਹੜੇ ਬਦ ਬੰਦੇ ਆ ਨਾ ਉਹ ਕੀ ਲੈ ਕੇ ਜਾਂਦੇ ਬਦਨਾਮੀ ਨਾਲ, ਤੇ ਜਿਹੜੇ ਨੇਕ ਬੰਦੇ ਆ ਉਹ ਨੇਕ ਨਾਮੀਆਂ ਲੈ ਕੇ ਜਾਂਦੇ ਆ ਭਗਵਾਨ ਦੇ ਘਰ। ਸਤਿਗੁਰੂ ਜੀ ਦੀ ਗੁਰਬਾਣੀ ਦਾ ਫਰਮਾਨ ਹੈ, ਪਾਪੀ ਕਰਮ ਕਮਾਵੰਦੇ ਕਰਦੇ ਹਾਏ ਹਾਏ। ਜਿਹੜੇ ਪਾਪੀ ਲੋਕ ਆ ਨਾ, ਜਿਹੜੇ ਪਾਪ ਵਾਲੇ ਕਰਮ ਕਮਾਉਂਦੇ ਆ, ਤੇ ਕਰਮੀ ਬੰਦੇ ਦੇ ਸੱਚੇ ਮਿੱਤਰ ਉਹ ਨਾਲ ਜਾਂਦੇ ਆ, ਫਿਰ ਉਹ ਹਾਏ ਹਾਏ ਕਰਦੇ ਆ। ਕਿਉਂ ਕਰਦੇ ਹਾਏ ਹਾਏ? ਨਾਨਕ ਜਿਉ ਮਥਨ ਮਾਧਾਣੀਆਂ ਤਿਉ ਮਥੇ ਧਰਮ ਰਾਏ। ਧਰਮ ਰਾਜਾ ਜਿੱਦਾਂ ਫਿਰ ਮਧਾਣੀ ਦੁੱਧ ਰਿੜਕਦੀ ਇਦਾਂ ਰਿੜਕਦਾ। ਬੁਰਾ ਹਾਲ ਉਹਨਾਂ ਦਾ ਹੁੰਦਾ ਧਰਮਰਾਜ ਦੀ ਕਚਹਿਰੀ ਵਿੱਚ। ਫਿਰ ਹਾਏ ਹਾਏ ਤਾਂ ਕਰਦੇ ਆ ਜਿਹੜੇ ਪਾਪ ਵਾਲੇ ਕਰਮ ਕਮਾ ਕੇ ਜਾਂਦੇ, ਬਦੀਆਂ ਲੈ ਕੇ ਜਾਂਦੇ, ਤੇ ਜਿਹੜੇ ਨੇਕੀਆਂ ਲੈ ਕੇ ਜਾਂਦੇ ਆ। ਮਹਾਂਪੁਰਖ ਕਹਿੰਦੇ ਗੁਰਬਾਣੀ ਦੇ ਵਿੱਚ ਇਹਦੋਂ ਅਗਲੀਆਂ ਪੰਕਤੀਆਂ ਜਿਹੜੀਆਂ ਉਹ ਹਨ, ਨਾਮ ਤੇ ਆਇਨ ਸਾਜਨਾ ਜਨਮ ਪਦਾਰਥ ਜੀਤ। ਜਿਹੜੇ ਸੱਜਣ ਉਹ ਤੇ ਪਾਪੀ ਕਰਮ ਕਮਾਉਂਦੇ, ਇਧਰ ਸੱਜਣ ਜਿਹੜੇ ਆ ਨਾ, ਨਾਮ ਧਿਆਨ ਸਾਜਨਾ, ਜਿਹੜੇ ਸੱਜਣ, ਜਿਹੜੇ ਪ੍ਰੇਮੀ ਉਸ ਵਾਹਿਗੁਰੂ ਦਾ ਸਿਮਰਨ ਕਰਕੇ ਜਾਂਦੇ, ਨਾਮ ਧਿਆਨ, ਜਿਹੜੇ ਨਾਮ ਸਿਮਰਨ ਕਰਕੇ ਜਾਂਦੇ, ਵਾਹਿਗੁਰੂ ਵਾਹਿਗੁਰੂ ਕਰਕੇ ਜਾਂਦੇ ਨਾ, ਜ਼ਿੰਦਗੀ ਦੇ ਵਿੱਚ ਚੰਗੇ ਕਰਮ ਬਣਾ ਕੇ ਜਾਂਦੇ, ਭਲੇ ਕੰਮ ਕਰਕੇ ਜਾਂਦੇ। ਜਨਮ ਪਦਾਰਥ ਜੀਤ, ਜਨਮ ਜਿਹੜਾ ਹੈ ਨਾ ਇਹਨੂੰ ਸਫਲਿਆ ਕਰਕੇ ਜਾਂਦੇ, ਇਹਨੂੰ ਜਿੱਤ ਕੇ ਜਾਂਦੇ ਆ। ਨਾਨਕ ਧਰਮ ਐਸੇ ਚਵੇ ਕੀਤੋ ਭਵਨ ਪੁਨੀਤ। ਧਰਮ ਰਾਜਾ ਉੱਠ ਕੇ ਸਤਿਕਾਰ ਕਰਦਾ, ਕਹਿੰਦਾ ਸ਼ੁਕਰਿਆ ਤੁਸੀਂ ਚਰਨ ਪਾਏ ਤੇ ਮੇਰਾ ਇਹ ਭਵਨ, ਮੇਰਾ ਘਰ ਪਵਿੱਤਰ ਹੋ ਗਿਆ ਤੁਹਾਡੇ ਚਰਨ ਪਾਉਣ ਦੇ ਨਾਲ। ਉਹਨਾਂ ਦਾ ਸਤਿਕਾਰ ਮਾਣ ਏਦਾਂ ਦਰਗਾਹ ਵਿੱਚ ਹੁੰਦਾ ਹੈ। ਸੋ ਇਹ ਮਹਾਂਪੁਰਖ ਕਹਿੰਦੇ ਇਸ ਕਰਕੇ ਮਨੁੱਖ ਜਿਹੜਾ ਹੈ ਨਾ, ਕੁਝ ਨੇਕ ਬੰਦੇ ਨੇਕ ਨਾਮੀਆਂ ਲੈ ਕੇ ਜਾਂਦੇ ਆ, ਤੇ ਬਦ ਬੰਦੇ ਜਿਹੜੇ ਆ ਉਹ ਬਦਨਾਮੀਆਂ ਨੂੰ ਲੈ ਕੇ ਜਾਂਦੇ ਆ। ਤੇ ਜਿਹੜਾ ਗੁਰਸਿੱਖਾਂ ਤਾਂ ਹੀ ਹੁਕਮ ਹੈ ਨਾ ਉਸ ਵਾਹਿਗੁਰੂ ਦਾ, ਮਹਾਂਪੁਰਖ ਕਹਿੰਦੇ ਉਹ ਇਹ ਹੁਕਮ ਹੈ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ। ਜੋ ਗੁਰ ਦੱਸੇ ਬਾਟ ਮੁਰੀਦਾ ਜੋਲੀਐ। ਸ਼ਹਿਰ ਲਗੰਦੇ ਪਾਰ ਗੋਰੀ ਮਨ ਧੀਰਿਆ। ਕੰਚਨ ਵੰਨੇ ਪਾਸੇ ਕਲਵਤ ਚੀਰਿਆ। ਸੇਖ ਹਯਾਤੀ ਜਗ ਨ ਕੋਈ ਥਿਰ ਰਹਿਆ। ਜਿਸ ਆਸਨ ਹਮ ਬੈਠੇ केते बैस गया। आ हुक्म है महापुरख कहते गुरसिख नूं बोलीए सच धर्म झूठ ना बोलीए, सच ही बोलना झूठ नहीं बोलना। जो गुर दसे वाट मुरीदा जोलीए, जो अपने गुरु ने आपां नूं रस्ता दस्या है ना उहदे दसे रस्ते ते जाना है। जो पंज प्यारिਆਂ ने आखिया ना भी अमृत वेले उठ के इशनान करना, वाहिगुरु गुरमंत्र का सिमरन करना, मूल मंत्र का जाप करना ते नितनेम करना, शामां नूं श्री रहरा साहब जी का जाप करना। सो कीर्तन सोहरी दी गुरबाणी पढ़नी है, आरती आरता पढ़ना है
ਉਹੀ ਪੜ੍ਹਨਾ ਹੈ। ਇਹ ਨਹੀਂ ਮਨੁੱਖ ਉੱਠੇ ਦਾ ਅੰਮ੍ਰਿਤ ਵੇਲੇ ਆਖੇ ਮੈਂ ਸੁਖਮਨੀ ਸਾਹਿਬ ਪੜ੍ਹਨਾ ਹੈ, ਨਿਤਨੇਮ ਨਹੀਂ ਕਰਨਾ ਪੰਜਾਂ ਬਾਣੀਆਂ ਦਾ। ਇੱਦਾਂ ਗੱਲ ਨਹੀਂ ਬਣਦੀ। ਪਹਿਲਾਂ ਨਿਤਨੇਮ ਪੰਜਾਂ ਬਾਣੀਆਂ ਦਾ, ਫਿਰ ਬੇਅੰਤ ਬਾਣੀਆਂ ਜਿੰਨੀਆਂ ਮਰਜ਼ੀ ਪੜ੍ਹੋ ਸਾਰੀਆਂ, ਬਾਕੀ ਨਿਤਨੇਮ 'ਚ ਜਿੰਨੀਆਂ ਮਰਜ਼ੀ ਬਾਣੀਆਂ ਪੜ੍ਹੋ, ਪਰ ਪਹਿਲਾਂ ਪੰਜ ਬਾਣੀਆਂ ਦਾ ਨਿਤਨੇਮ ਹੈ। ਜੋ ਪੰਜ ਪਿਆਰੇ ਸਾਹਿਬਾਨ ਕਹਿੰਦੇ ਉਹ ਕਰਨਾ ਹੈ, ਆਪਣੀ ਮਰਜ਼ੀ ਨਹੀਂ ਉੱਥੇ ਕਰਨੀ। ਜਿਹੜਾ ਗੁਰੂ ਦੀ ਮੱਤ ਵਰਤਦਾ ਹੈ ਉਹਨੂੰ ਕਹਿੰਦੇ ਹਨ ਗੁਰਮੁਖ, ਇਹ ਗੁਰਮਤ ਵਾਲਾ ਹੈ। ਤੇ ਜਿਹੜਾ ਆਪਣੀ ਮੱਤ ਅਨੁਸਾਰ ਚੱਲੇ ਉਹਨੂੰ ਕਹਿੰਦੇ ਮਨਮਤੀਆ, ਇਹ ਆਪਣੇ ਮਨ ਦੀ ਮੱਤ ਨਾਲ ਚੱਲਦਾ ਹੈ। ਸੋ ਇਹਦਾ ਮਹਾਂਪੁਰਖਾਂ ਨੇ ਇਹ ਚੌਥੀ ਸਿੱਟੇ ਦੀ ਗੱਲ ਦੱਸੀ ਹੈ, ਜੋ ਆਪਣੀ ਜ਼ਿੰਦਗੀ 'ਚ ਬਤੀਤ ਕੀਤਾ ਹੈ, ਜੋ ਵੇਖਿਆ ਹੈ ਮਹਾਂਪੁਰਖਾਂ ਨੇ। ਹੁਣ ਪੰਜਵੀਂ ਦੱਸਣ ਲੱਗੇ ਨੇ। ਪੰਜਵੀਂ ਮਹਾਂਪੁਰਖ ਕਹਿੰਦੇ ਵੀ ਦੂਜਿਆਂ ਦੇ ਧਰਮਾਂ ਨੂੰ ਨਿੰਦ ਕੇ ਨਾ ਤੇ ਆਪਣੇ ਸਿੱਖ ਪੰਥ ਵਿੱਚ ਸਿੱਖ ਧਰਮ ਦੀਆਂ ਚੰਗਿਆਈਆਂ ਸਿਰਫ ਪ੍ਰਚਾਰ ਰਾਹੀਂ ਦਸਾਂਦੇ ਹੋਏ ਆਪਣਾ ਇੱਜ਼ਤ ਮਾਨ ਨਹੀਂ ਪਾ ਸਕਦਾ ਮਨੁੱਖ। ਸਗੋਂ ਸਾਰਿਆਂ ਨਾਲ ਪ੍ਰੇਮ ਰੱਖੋ। ਇਹ ਨਾ ਹੋਵੇ ਮਨੁੱਖ ਬੈਠਾ ਪ੍ਰਚਾਰ ਕਰਦਾ, ਦੂਜੇ ਧਰਮਾਂ ਨੂੰ ਨਿੰਦੀ ਜਾਂਦਾ ਹੈ, ਤਗੜਾ ਹੋ ਕੇ ਨਿੰਦੀ ਜਾਵੇ, ਫਿਰ ਬਾਕੀ ਸਾਰੇ ਮਾੜੇ ਆ, ਸਾਡਾ ਹੀ ਧਰਮ ਚੰਗਾ ਹੈ, ਬਾਕੀ ਸਾਰੇ ਮਾੜੇ ਆ। ਬਸ ਇਸੇ ਗੱਲ ਤੇ ਇੱਕ ਦੂਜੇ ਦੀ ਨਿੰਦਿਆ ਹੀ ਨਾ ਕਰੀ ਜਾਵੇ। ਮਹਾਂਪੁਰਖ ਕਹਿੰਦੇ ਕੱਲੀ ਨਿੰਦਿਆ ਕਰਨਾ ਕੁਝ ਨਹੀਂ ਹੋਣਾ। ਆਪਣੇ ਗੁਰੂ ਦੇ ਸ਼ਬਦ ਦੀ ਵਿਆਖਿਆ ਕਰਕੇ ਸੁਣਾਓ ਵੀ ਸਾਡਾ ਗੁਰੂ ਆਖਦਾ ਹੈ। ਆਪਣੇ ਕੋਲੋਂ ਹੀ ਨਿੰਦਿਆ ਕਰਕੇ ਨਾ ਦੂਜਿਆਂ ਦਾ ਆਖੋ ਵੀ ਤੁਹਾਡਾ ਕੁਝ ਨਹੀਂ ਸਰਨਾ। ਫਿਰ ਆਪਣੇ ਗੁਰੂ ਦੇ ਸ਼ਬਦ ਦੀ ਵਿਚਾਰ ਕਰੋ ਤੇ ਸਿਮਰਨ ਆਪ ਕਰੋ। ਜੇ ਤੁਸੀਂ ਕਹੋ ਵੀ ਦੂਜਿਆਂ ਦੇ ਧਰਮਾਂ ਨੂੰ ਮਾੜਾ ਆਖੀ ਜਾਈਏ, ਉਹਨਾਂ ਨੂੰ ਮਾੜਾ ਆਖੀ ਜਾਓ, ਤੁਹਾਡਾ ਕੀ ਬਣੂਗਾ? ਕੁਝ ਨਹੀਂ ਬਣਨਾ। ਉਹਦੇ ਨਾਲ ਕੋਈ ਫਾਇਦਾ ਨਹੀਂ ਹੋਣਾ। ਫਾਇਦਾ ਤਾਂ ਹੋਵੇਗਾ ਜੇ ਪਹਿਲਾਂ ਆਪ ਸਿਮਰਨ ਕਰੇਗਾ, ਆਪ ਗੁਰਬਾਣੀ ਪੜ੍ਹੇਗਾ। ਜੇ ਦੂਜਿਆਂ ਨੂੰ ਮਾੜਾ ਆਖੀ ਗਿਆ, ਆਪ ਕੁਝ ਵੀ ਨਾ ਕੀਤਾ, ਉਹਦੇ ਨਾਲ ਥੋੜਾ ਕੁਝ ਫਾਇਦਾ ਹੋਣਾ। ਉਹ ਤੇ ਨਿੰਦਿਆ ਦਾ ਭਾਰ ਹੀ ਚੜ੍ਹੇਗਾ। ਫਾਇਦਾ ਤਾਂ ਹੋਵੇਗਾ ਸਚਾਈ ਨੂੰ ਸੱਚ ਆਖੋ ਤੇ ਆਪ ਆਪਣੇ ਗੁਰੂ ਦਾ ਸਿਮਰਨ ਕਰੋ। ਸੋ ਇਦਾਂ ਮਹਾਂਪੁਰਖ ਕਹਿੰਦੇ ਜਦੋਂ ਮਨੁੱਖ ਜਿਹੜਾ ਹੈ ਨਾ ਉਹ ਕਿਸੇ ਪ੍ਰਚਾਰਕ ਨਾਲ, ਦੂਜੇ ਧਰਮ ਦੇ ਨਾਲ ਕੋਈ ਗੱਲਬਾਤ ਕਰੇ, ਉਹਦੇ ਵਿੱਚ ਇਹ ਵੀ ਪਹਿਲਾਂ ਤੇ ਵਰਤਾਰਾ ਜਿਹੜਾ ਇਦਾਂ ਦਾ ਰੱਖੇ, ਟਹਿਲ ਭਾਵਨਾ, ਮਿੱਤਰ ਭਾਵਨਾ ਰੱਖੇ, ਦੁਸ਼ਮਣੀ ਦੀ ਭਾਵਨਾ ਨਾ ਰੱਖੇ ਉਹਦੇ ਨਾਲ। ਮੁਨਾਸਬ ਜਿਹੜੀਆਂ ਗੱਲਾਂ ਨਾ ਜਦੋਂ ਇੱਕ ਦੂਜੇ ਦੀਆਂ ਹੋਈਆਂ, ਜਿਹੜੀਆਂ ਆਪਣੇ ਆਸ਼ੇ, ਗੁਰੂ ਦੇ ਆਸ਼ੇ ਮੁਤਾਬਕ ਆਪਾਂ ਨੂੰ ਉਹਦੀਆਂ ਸਹੀ ਲੱਗਦੀਆਂ ਹੈ, ਉਹ ਗੱਲਾਂ ਰੱਖਣੀਆਂ ਨੇ। ਉਹਨਾਂ ਗੱਲਾਂ ਦੀ ਸ਼ਲਾਘਾ ਕਰਨੀ ਹੈ ਵੀ ਸਾਡੇ ਧਰਮ ਵਾਂਗ ਆ, ਦੂਜੇ ਧਰਮ ਵਾਲੇ ਵੀ ਆਹ ਕੰਮ ਕਰਦੇ ਆ। ਤੇ ਜਿਹੜਾ ਆਪਾਂ ਨੂੰ ਲੱਗਦਾ ਵੀ ਨਹੀਂ ਚੰਗਾ, ਉਹਨੂੰ ਛੱਡ ਦੇਣਾ ਹੈ, ਉਹਦੀ ਗੱਲ ਨਹੀਂ ਕਰਨੀ। ਮਨੁੱਖ ਛੇਤੀ ਸਫਲ ਹੋਵੇਗਾ ਆਪਣੀ ਜ਼ਿੰਦਗੀ ਦੇ ਵਿੱਚ। ਫਿਰ ਸੰਤ ਜੀ ਕਹਿੰਦੇ ਵੀ ਇਹ ਨਾ ਹੋਵੇ ਵੀ ਮਨੁੱਖਾ ਤੂੰ ਕੇਵਲ ਉਹਨਾਂ ਦੀਆਂ ਬੁਰਾਈਆਂ ਕਰਨ ਜੋਗਾ ਹੋਵੇ, ਜੇ ਤੈਨੂੰ ਕੋਈ ਸਵਾਲ ਕਰ ਦੇਣ ਤੈਨੂੰ ਆਵੇ ਕੁਝ ਨਾ। ਜਦੋਂ ਮੈਂ ਆਖੀ ਜਾਵਾਂ ਵੀ ਉਹ ਦੂਜਾ ਬੜਾ ਮਾੜਾ, ਤੀਜਾ ਬੜਾ ਮਾੜਾ, ਉਹ ਕੋਈ ਸਵਾਲ ਕਰਨਾ। ਕਿਉਂ ਜੇ ਆਪਾਂ ਕਿਸੇ ਤੇ ਕਰਨਾ, ਆਪਣੇ ਤੇ ਵੀ ਕਿਸੇ ਨੇ ਕਰਨਾ ਜੀ। ਮਹਾਂਪੁਰਖ ਕਹਿੰਦੇ ਇੰਨੇ ਕੁ ਜੋਗਾ ਹੋਵੇ ਵੀ ਤੈਨੂੰ ਕੋਈ ਸਵਾਲ ਕਰੇ ਤੇ ਤੂੰ ਉਹਦਾ ਉੱਤਰ ਦੇਣ ਜੋਗਾ ਹੋਵੇ। ਇੱਥੇ ਮਹਾਂਪੁਰਖ ਕਹਿੰਦੇ ਵੀ ਕਿਸੇ ਦੀ ਗੱਲ ਕੀ ਕਰਨੀ ਹੈ। ਮਹਾਂਪੁਰਖ ਕਹਿੰਦੇ ਅਸੀਂ ਆਪਣੀ ਗੱਲ ਦੱਸਦੇ ਹਾਂ, ਸਾਡੀ ਆਪਣੀ ਗੱਲ। ਮਹਾਂਪੁਰਖ ਕਹਿਣ ਲੱਗੇ ਵੀ ਇੱਕ ਹਿੰਦੂ ਮਨੁੱਖ ਨੇ ਸਾਡੇ ਉੱਤੇ ਇੱਕ ਪ੍ਰਸ਼ਨ ਕਰ ਦਿੱਤਾ। ਜਦੋਂ ਬੜੀ ਸੰਗਤ ਬੈਠੀ, ਬੜੀ ਸੰਗਤ ਵਿੱਚ ਅਸੀਂ ਬੈਠੇ ਸਾਂ, ਬੜੇ ਪ੍ਰੇਮੀ ਬੈਠੇ ਆ, ਤੇ ਉੱਥੇ ਆ ਕੇ ਉਹਨੇ ਇੱਕ ਸਵਾਲ ਕਰ ਦਿੱਤਾ। ਉਹ ਕਹਿਣ ਲੱਗਾ ਆਪ ਜੀ ਸੰਤ ਹੋ, ਫਕੀਰ ਹੋ, ਆਪ ਜੀ ਦੇ ਅਮੋਲਕ ਬਚਨ ਆ ਤੇ ਲੋਕਾਂ ਦੇ ਦਿਲਾਂ ਦੇ ਉੱਤੇ ਇਹ ਘਾਉ ਕਰਦੇ ਆ। ਨਾ ਤੁਸੀਂ ਮਾਸ ਖਾਂਦੇ ਹੋ, ਨਾ ਤੁਸੀਂ ਸ਼ਰਾਬ ਪੀਂਦੇ ਹੋ, ਤੁਸੀਂ ਨੇੜੇ ਨਹੀਂ ਜਾਂਦੇ, ਇਹਨਾਂ ਚੀਜ਼ਾਂ ਨੂੰ ਛੂੰਹਦੇ ਨਹੀਂ ਹੋ।
ਜਦੋਂ ਤੁਸੀਂ ਖਾਂਦੇ ਹੀ ਨਹੀਂ ਹੋ, ਪੀਂਦੇ ਹੀ ਨਹੀਂ ਹੋ, ਤੁਸੀਂ ਕਿਹੜਾ ਸ਼ਿਕਾਰ ਕਰਦੇ ਹੋ ਕਿਸੇ ਦਾ ਵੀ ਤੁਸਾਂ ਕੋਈ ਸ਼ਿਕਾਰ ਮਾਰਨਾ ਹੈ। ਤੇ ਜੇ ਤੁਸੀਂ ਸ਼ਿਕਾਰ ਨਹੀਂ ਕਰਦੇ ਤੇ ਫਿਰ ਗਾਤਰੇ ਕਿਰਪਾਨ ਕਿਉਂ ਪਾਈ ਹੈ? ਆਪਣੇ ਕੋਲ ਹਥਿਆਰ ਕਿਉਂ ਰੱਖਦੇ ਹੋ? ਪਿਸਤੌਲ ਕਿਉਂ ਰੱਖਿਆ ਤੁਸਾਂ? ਮਹਾਂਪੁਰਖ ਪਿਸਤੌਲ ਵੀ ਪਾ ਕੇ ਰੱਖਦੇ ਸੀ। ਮਹਾਂਪੁਰਖਾਂ ਕੋਲ ਦਨਾਲੀ ਰਫਲ ਵੀ ਹੈਗੀ ਸੀ ਤੇ ਮਹਾਂਪੁਰਖ ਗਾਤਰੇ ਕਿਰਪਾਨ ਵੀ ਰੱਖਦੇ ਸੀ। ਤੇ ਕਹਿਣ ਲੱਗਾ ਵੀ ਇਹ ਕੀ ਕਰਨ ਨੂੰ ਪਾਇਆ ਫਿਰ, ਜੇ ਤੁਸੀਂ ਕਰਨਾ ਤਾਂ ਕੁਝ ਹੈ ਨਹੀਂ ਇਹਦੇ ਨਾਲ, ਸ਼ਿਕਾਰ ਤੇ ਕੋਈ ਕਰਨਾ ਨਹੀਂ, ਨਾ ਤੁਸੀਂ ਮਾਸ ਖਾਓ, ਨਾ ਤੁਸੀਂ ਸ਼ਰਾਬ ਪੀਓ, ਤੇ ਫਿਰ ਸ਼ਸਤਰ ਕਿਉਂ ਤੁਸੀਂ ਪਹਿਨੇ ਆ? ਇਹਨਾਂ ਦਾ ਕੀ ਲਾਭ ਹੈ? ਉਹਨੇ ਜਦੋਂ ਇਹ ਪ੍ਰਸ਼ਨ ਸਾਰਿਆਂ ਦੇ ਵਿੱਚ ਕੀਤਾ ਨਾ, ਮਹਾਂਪੁਰਖ ਉਹਦੇ ਨਾਲ ਲੜੇ ਨਹੀਂ, ਉਹਦੇ ਗੱਲ ਨਹੀਂ ਪਏ ਵੀ ਤੂੰ ਕੌਣ ਹੈ ਨਾ ਇੰਨੀ ਗੱਲ ਕਹਿਣ ਵਾਲਾ। ਮਹਾਂਪੁਰਖਾਂ ਸਾਰਿਆਂ ਨੂੰ ਕਹੇ ਚੁੱਪ ਰਹੋ, ਕੋਈ ਕੁਝ ਨਾ ਕਵੇ ਇਹਨੂੰ। ਮਹਾਂਪੁਰਖਾਂ ਨੇ ਬੜੇ ਪ੍ਰੇਮ ਦੇ ਨਾਲ ਉਹਨੂੰ ਆਪਣੇ ਲਾਗੇ ਬਿਠਾ ਕੇ ਨਾ ਕਹਿਣ ਲੱਗੇ, ਪ੍ਰੇਮੀਆਂ ਇਹ ਦੱਸ ਤੂੰ ਸ਼ਿਵ ਜੀ ਨੂੰ ਮੰਨਦਾ ਹੈ ਨਾ? ਕਹਿੰਦਾ ਮੰਨਦਾ। ਕਹਿੰਦਾ ਸ਼ਿਵ ਜੀ ਨੂੰ ਤੁਸੀਂ ਭੋਲੇ ਭੰਡਾਰੀ ਕਹਿੰਦੇ ਹੋ ਨਾ? ਕਹਿੰਦੇ ਨਾ ਸ਼ਿਵ ਜੀ ਤੇ ਭੋਲਾ ਹੈ। ਹਾਂਜੀ ਭੋਲਾ ਭੰਡਾਰੀ ਹੈ ਜੀ, ਉਹਦੇ ਜਟਾ ਜੂਟ ਜੜਾਵਾਂ ਵਾਲਾ ਹੈ। ਕਹਿੰਦੇ ਠੀਕ ਹੈ, ਉਹ ਆਪਣੇ ਸਰੀਰ ਤੇ ਭਸਮ ਵੀ ਮਲਦਾ ਹੈ। ਹਾਂ। ਤੇ ਮਹਾਂਪੁਰਖ ਕਹਿੰਦੇ ਫਿਰ ਉਹਨੂੰ ਕਾਹਦਾ ਖਤਰਾ? ਉਹ ਤਰਸੂਲ ਕਿਉਂ ਰੱਖਿਆ ਉਹਨੇ ਆਪਣੇ ਕੋਲ? ਉਹਨੂੰ ਕਾਹਦਾ ਖਤਰਾ ਫਿਰ? ਉਹ ਤੇ ਸੰਤ ਹੈ, ਆਪਣੇ ਸਰੀਰ ਤੇ ਭਸਮ ਮਲਦਾ, ਸੁਆਹ ਮਲਦਾ, ਉਹਦੇ ਸਿਰ ਤੇ ਜੜਾਵਾਂ ਨੇ, ਉਹ ਭੋਲਾ ਹੈ। ਤੇ ਫਿਰ ਉਹਨੂੰ ਤਰਸੂਲ ਦੀ ਕੀ ਲੋੜ ਹੈ? ਉਹਨੇ ਸ਼ਸਤਰ ਕਿਉਂ ਰੱਖਿਆ ਦੱਸ ਪਹਿਲਾਂ ਮੈਨੂੰ। ਉਹ ਤੋਂ ਬਾਅਦ ਵਿੱਚ ਮਹਾਂਪੁਰਖ ਕਹਿੰਦੇ ਦੂਜਾ ਅਸੀਂ ਨੂੰ ਕਿਹਾ ਵੀ ਸ਼੍ਰੀ ਰਾਮਚੰਦਰ ਜੀ ਨੂੰ ਮੰਨਦਾ ਹੈ ਨਾ, ਤੂੰ ਹਿੰਦੂ ਹੈ? ਕਹਿੰਦਾ ਜੀ ਮੰਨਦਾ। ਤੇ ਮਹਾਂਪੁਰਖ ਕਹਿੰਦੇ ਜਦੋਂ ਉਹਨੂੰ ਬਨਵਾਸ ਹੋਇਆ ਨਾ 14 ਸਾਲ ਦਾ, ਤੇ ਪੈਰਾਂ ਤੋਂ ਚੱਪਲਾਂ ਨਹੀਂ ਸੀ ਰਹਿਣ ਦਿੱਤੀਆਂ ਬਨਵਾਸ ਵਾਲਿਆਂ ਨੂੰ ਵੀ ਇਹ ਰਾਜ ਦੀਆਂ ਇੱਥੋਂ ਨਹੀਂ ਖੜਨੀਆਂ। ਬਨਵਾਸ ਵਾਲੇ ਕੱਪੜੇ ਪਾ ਲਏ, ਭੇਖ ਬਨਵਾਸ ਵਾਲਾ ਕਰ ਲਿਆ, ਕੋਈ ਚੀਜ਼ ਨਹੀਂ ਉੱਥੋਂ ਨਾਲ ਦਿੱਤੀ, ਕਿਉਂਕਿ ਬਨਵਾਸ ਵਾਲਾ ਕੋਈ ਚੀਜ਼ ਨਹੀਂ ਕਰ ਸਕਦਾ, ਕੇਵਲ ਕੱਲੇ ਕੱਪੜੇ ਉਹ ਜਿਹੜੇ ਬਨਵਾਸ ਵਾਲੇ ਪਾਏ ਸੀਗੇ। ਤੇ ਪਰ ਮਹਾਂਪੁਰਖ ਕਹਿਣ ਲੱਗੇ ਵੀ ਤੀਰ ਕਮਾਨ ਤੇ ਨਹੀਂ ਛੱਡਿਆ ਉਹਨੇ। ਤੀਰ ਕਮਾਨ ਤੇ ਦੋਵਾਂ ਨੇ ਮੋਢੇ ਤੇ ਰੱਖ ਕੇ ਖੜਿਆ ਨਾ, ਦੋਵਾਂ ਭਰਾਵਾਂ ਨੇ। ਕੱਪੜੇ ਬਸਤਰ ਜਿਹੜੇ ਉਹ ਬਨਵਾਸ ਵਾਲੇ ਪਾ ਲਏ, ਹੋਰ ਘਰੋਂ ਇੱਕ ਸੂਈ ਦੇ ਨੱਕੇ ਜਿੰਨੀ ਚੀਜ਼ ਨਹੀਂ ਖੜੀ। ਪਰ ਉਹ ਜਿਹੜਾ ਮੋਢੇ ਤੇ ਧਨਕ ਪਾਇਆ, ਉਹ ਕੀ ਕਰਨ ਨੂੰ ਪਾਇਆ ਫਿਰ? ਉਹ ਕਿਹੜੇ ਮਾਸ ਖਾਣ ਵਾਲੇ ਸੀਗੇ? ਉਹਨਾਂ ਮੋਢੇ ਤੇ ਉਹ ਧਨਕ ਬਾਣ ਪਾ ਕੇ ਖੜਿਆ ਨਾ, ਤੀਰ ਕਮਾਨ। ਤੇ ਕ੍ਰਿਸ਼ਨ ਜੀ ਨੂੰ ਤੇ ਮਹਾਂਪੁਰਖ ਕਹਿਣ ਲੱਗੇ ਵੀ ਤੁਸੀਂ ਜਾਣਦੇ ਹੋ ਵੀ ਉਹਦਾ ਤੇ ਸੁਦਰਸ਼ਨ ਚੱਕਰ ਮਸ਼ਹੂਰ ਹੈ, ਵੀ ਉਹਨੇ ਤੇ ਆਪਣੇ ਕੋਲ ਸੁਦਰਸ਼ਨ ਚੱਕਰ ਰੱਖਿਆ। ਮਹਾਂਪੁਰਖ ਕਹਿੰਦੇ ਇਹ ਸਾਰੇ ਇੱਕ ਦੇ ਕੇਸਾ ਧਾਰੀ ਸੀ, ਤੇਰੇ ਕੇਸ ਕਿੱਥੇ ਆ? ਉਹਨੂੰ ਪੁੱਛਣ ਲੱਗੇ, ਇਹ ਤੇਰੇ ਸਾਰੇ ਦੇਵਤੇ ਕੇਸਾਂ ਧਾਰੀ ਆ, ਤੇਰੇ ਕੇਸ ਕਿੱਥੇ ਆ? ਤੇਰੇ ਸਿਰ ਤੇ ਕੇਸ ਨਹੀਂ ਹੈਗੇ, ਤੂੰ ਇਹਨਾਂ ਨੂੰ ਮੰਨਦਾ ਹੈ ਕਿ ਤੂੰ ਤੇ ਆਪ ਹੀ ਨਹੀਂ ਪੂਰਾ। ਸੋ ਮਹਾਂਪੁਰਖ ਕਹਿਣ ਲੱਗੇ ਵੇਖ ਇਹ ਸਾਰੇ ਕੇਸਾ ਧਾਰੀ ਵੀ ਸੀ ਤੇ ਸ਼ਸਤਰ ਧਾਰੀ ਵੀ ਸੀਗੇ। ਇਹਨਾਂ ਨੇ ਆਪਣੀ ਸਵੈ ਰੱਖਿਆ ਲਈ ਇਹ ਸ਼ਸਤਰ ਆਪਣੇ ਕੋਲ ਰੱਖੇ ਸੀਗੇ, ਤੇ ਜੇ ਕੋਲ ਹੈਗੇ ਸੀਗੇ ਤੇ ਲੋੜ ਵੇਲੇ ਇਹਨਾਂ ਨੇ ਵਰਤ ਵੀ ਲਏ। ਰਾਮਚੰਦਰ ਜੀ ਨੂੰ ਵੀ ਵਰਤਨੇ ਪਏ ਨਾ, ਕ੍ਰਿਸ਼ਨ ਜੀ ਨੂੰ ਵੀ ਵਰਤਨੇ ਪਏ, ਲੋੜ ਪੈਣ ਤੇ ਸ਼ਿਵ ਜੀ ਨੇ ਵੀ ਵਰਤਿਆ। ਇਹਨਾਂ ਨੂੰ ਲੋੜ ਪੈਣ ਤੇ ਨਾ ਵਰਤ ਲਏ ਜੇ ਇਹਨਾਂ ਨੇ ਰੱਖੇ ਸੀਗੇ। ਤੇ ਮਹਾਂਪੁਰਖ ਕਹਿੰਦੇ ਇਸ ਕਰਕੇ ਅਸੀਂ ਵੀ ਆਪਣੇ ਪਾਸ ਸ਼ਸਤਰ ਰੱਖੇ ਆ ਕਿ ਕਿਤੇ ਭੜਕੇ ਕੋਈ ਸਾਡੇ ਵੀ ਆਣ ਗਲ ਪਵੇ, ਤੇ ਜੇ ਕੋਲ ਹੋਊਗਾ ਤੇ ਅਸੀਂ ਵੀ ਚਲਾਵਾਂਗੇ, ਜੇ ਹੋਇਆ ਕੋਲ ਕੁਝ ਨਾ ਤੈਨੂੰ ਵਰਤਾਂਗੇ ਕੀ। ਕਿਉਂ ਜਿੱਥੇ ਸੰਤ ਸੀ ਉੱਥੇ ਸਿਪਾਹੀ ਵੀ ਸੀ। ਮਹਾਂਪੁਰਖ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੰਤ ਸਿਪਾਹੀ ਬਣਾਇਆ। ਇਹਦੋਂ ਪਹਿਲਾਂ ਸੰਤ ਸਨ, ਸਿਪਾਹੀ ਸਨ। ਮਹਾਰਾਜ ਨੇ ਦੋਵੇਂ ਜੋੜ ਦਿੱਤੇ, ਸੰਤ ਸਿਪਾਹੀ ਬਣਾ ਦਿੱਤਾ। ਆਪ ਬਣਨਾ ਦੱਸ ਜੋ ਸਿੰਘਾਂ ਤਾਈ ਸੰਤ ਸਿਪਾਹੀ। ਸੋ ਸੰਤ ਸਿਪਾਹੀ ਬਣਾ ਦਿੱਤਾ। ਸੰਤ ਬੰਦਗੀ ਕਰਦਾ ਹੈ, ਭੜਕੇ ਕੋਈ ਕਿਸੇ ਮਜਲੂਮ ਤੇ ਕੋਈ ਜ਼ੁਲਮ ਹੁੰਦਾ ਹੋਵੇ ਨਾ, ਤੇ ਉੱਥੇ ਉਹ ਆਪਣਾ ਕਿਰਪਾਨ ਤਲਵਾਰ ਕੱਢ ਕੇ ਤੇ ਉਹਦੀ ਰੱਖਿਆ ਲਈ ਵੀ ਖੜਾ ਹੋ ਜਾਂਦਾ ਹੈ। ਜੇ ਹੋਵੇਗੀ ਨਾ ਫਿਰ ਕੀ ਕਰੇਗਾ? ਇਸ ਕਰਕੇ ਮਹਾਂਪੁਰਖ ਕਹਿੰਦੇ ਇਹ ਤੇ ਸਾਨੂੰ ਸਾਡੇ ਗੁਰੂ ਦਾ ਹੁਕਮ ਹੈ।
कि केसा धारी रहना है ते अपने कोल शस्त्र रखना है, बिना केस तेगं नरंग भेट जानो। बिना जिहदे कोल तलवार नहीं आ, जिहदे सिर ते केस नहीं हैगे, वो मनुख भेड़ वांग है। सो इस तरह ये कलगीधर दा हुक्म है, जब हमारे दर्शन को आओ, बन सुचेत तन शस्त्र सजाओ। कलगीधर पातशाह कहंदे जदों साडे दर्शनां नूं आउणा ना, सुचेत हो के, ये नहीं आलस दा मारे तुरे आउणा, इशनान करके केसां च कंघा करके ऐ सुचेत हो के फिर शरीर ते शस्त्र सजा के ते फिर आउणा। मनुख भी की करूगा, सोने दे कड़े वो हाथ च पाऊ, चैनियां गल च पाऊगा, विखावा करूगा, कर देना विखावा। ते आपां नूं गहना दिता गुरु साहब जी ने कृपान, ते आपां थल्लिओं दी पाउण पैने भी किसी नूं देहे ना। होर चीज़ां जिहड़ियां होणगीਆਂ, लीड़े सोहणे सोहणे उत्तों दी पाउने आ ना, उत्तों दी पवे दूजे नूं देहे भी इहने चंगी चीज़ पाई है। ते जिहड़ी सब तो चंगी चीज़ जिन्होंने महाराज ने कहा तुहाडे गहणे इहो ही आ, ये अगे आ जाना प्रसंग, ये भी महापुरखा ने दसना। सोने के कड़े बारे भी बाबा गुरबख्श सिंह साहब जी ने अखीरले समय ते। सो आपां इन्हां नूं लुका के रखते हैं, ते जिहड़ियां चीज़ां लुकाउण वालियां हुंदियां, जिन्हां नूं हुण चोर वढ के लै जांदे, उन्हां नूं उत्तों दी पाउने आ, ते जिन्हां तों चोर भजदे आ, डाकू भजदे, उन्हां नूं थल्लिओं दी पाउने लुका के। सो इदां महापुरख कहिंदे हन, कहिंदे भी दस ये सानू साडे कलगीधर पातशाह जी ने दिते आ, ते ये स्वै रखिया लई दिते आ, ते धर्म रखिया लई धर्म दा अंग ही बना दिता है। ये धर्म दे अंग आ, ते मनुख नूं महापुरख कहण लगे एक दिती है तलवार, ते जे उहदी समर्था होवे ते वह पिस्तौल भी रख ले, उहदी समर्था होवे कानून मुताबक बंदूक भी रख सकता है। सो इदां संत जी कहण लगे, जदों दे भारत वासी जिहड़े सी ना, इन्हां ने शस्त्र छड्ड दिते ना, जदों बुद्ध धर्म आया उदों उन्हां ने कहा भी नहीं, हिंसा नहीं करनी, ये तीर तलवार नहीं चलाउणे, तीर तलवार चलाउणे छड्डते। ते इन्हां ने पठाणा ने मुगलों ने ज्यों इनू देश नूं फिर गुलाम कीता, ते 700 वरा फिर गुलाम ही रहा। महाराज जी गुरबाणी का फरमान है ना, छत्रियां दा धर्म छोड़िया, छत्रियां दा धर्म सी लड़ना, ते ये उन्हां मगर लग के ते कहण लगे ना ना लड़ना नहीं, हिंसा नहीं करनी। इन्हां ने लड़ना छड्डता, धर्म छड्डता। छतरी का धर्म लड़ना है, भी लोड़ पैन ते देश कौम नहीं लड़ता है, तो उन्होंने अपना धर्म ही छड्डता, उन्हें शस्त्र छड्ड दिते। जो शस्त्र छड्डते मलेश भाख्या गई, फिर मलेश आ गए, फिर मुगल पठाणा का राज जो शुरू होया 700 वरा इन्हां ने कढ़ दिता। तो फिर गुरु गोबिंद सिंह महाराज ने कृपा की, इन्हां नूं शस्त्रधारी बना करके ते गुलामी दियां जंजीरां ओ कलगीधर पातशाह गुरु गोबिंद सिंह महाराज जी ने लाइयां ने। ये गुरु गोबिंद सिंह साहब जी की बख्शिश है कि जिन्हां ने पछाड़े ते मुर्दा दिलां नूं चुक भारतीयां नूं खंडे दे अमृत दे नाल सूरबीर छतरी बना दिता, ते फिर धर्म नूं बचाया है। इस वास्ते हुण भी देश धर्म की रखिया लई ते अपनी स्वै रखिया लई घट्टो घट मनुख किरपान ते वड्डी पा के रखे। सो होर कोई रखे भावें ना रखे, सिख जिहड़ा है वो किरपान अपने पास जरूर रखे। ये गुरु का हुक्म है। संत महापुरुष कहण लगे ये साडी जिंदगी का तजर्बा है, ये सिट्टे की गल है। ते छेवीं गल छेवीं गल महापुरुष कहण लगे श्री गुरु ग्रंथ साहिब जी महाराज जिहड़े ना ये समूह ही संगतां दे गुरु है।
ਸਮੂਹ ਗੁਰਸਿੱਖਾਂ ਦੇ ਤੇ ਆਦਰ ਮਾਨ ਤੇ ਇਸ਼ਟ ਗੁਰੂ ਆ, ਇਸ਼ਟ ਭਾਵ ਪਿਆਰੇ ਗੁਰੂ ਆ। ਇਹ ਸਾਰੇ ਗੁਰਸਿੱਖਾਂ ਦੇ ਦੀਦਾਰ ਦਰਸ਼ਨ ਕਰਨ ਵਾਸਤੇ ਤੇ ਗੁਰਬਾਣੀ ਪੜ੍ਹਨ ਵਾਸਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰਤਾ ਗੱਦੀ ਜਿਹੜੀ ਹੈ ਨਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਹੈ। ਇੱਕ ਸਾਰੇ ਗੁਰਸਿੱਖ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਪੜ੍ਹਨ ਤੇ ਦਰਸ਼ਨ ਦਿਦਾਰੇ ਸ਼ਬਦ ਗੁਰੂ ਦੇ ਕਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਨਹੀਂ ਤੇ ਜਣਾ ਖਣਾ ਗੁਰੂ ਬਣ ਕੇ ਬੈਠਾ ਹੋਣਾ ਸੀਗਾ, ਪਰ ਸਤਿਗੁਰੂ ਪਾਤਸ਼ਾਹ ਜੀ ਨੇ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰੂ ਥਾਪਿਆ ਏ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ। ਇਸ ਕਰਕੇ ਮਹਾਂਪੁਰਖ ਕਹਿੰਦੇ ਕੇਵਲ ਸਤਿਗੁਰੂ ਜੀ ਨੂੰ ਹੀ ਗੁਰੂ ਮੰਨਣਾ ਹੈ, ਹੋਰ ਕਿਸੇ ਦੇਹ ਧਾਰੀ ਨੂੰ ਗੁਰੂ ਨਹੀਂ ਮੰਨਣਾ। ਤੇ ਬਾਕੀ ਹੋਰ ਧਰਮਾਂ ਦੇ ਗ੍ਰੰਥ ਜਿਹੜੇ ਆ ਉਹਨਾਂ ਨੂੰ ਪੜ੍ਹਨਾ ਸਤਿਕਾਰਨਾ ਹੈ, ਪਰ ਗੁਰੂ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੰਨਣਾ ਹੈ। ਬਾਕੀ ਆਦਰ ਜਿਹੜਾ ਹੈ ਸਤਿਕਾਰ ਇਹ ਨਹੀਂ ਹੈ ਵੀ ਦੂਜੇ ਧਰਮ ਦਾ ਕੋਈ ਗ੍ਰੰਥ ਫੜਿਆ ਉਹਦੀ ਬੇਅਦਬੀ ਨਹੀਂ ਕਰਨੀ, ਉਹਦਾ ਵੀ ਸਤਿਕਾਰ ਹੀ ਕਰਨਾ ਹੈ ਤੇ ਉਹਨੂੰ ਵੀ ਪੜ੍ਹਨਾ ਹੈ। ਉਹਦੇ ਵਿੱਚੋਂ ਕੀ ਪ੍ਰਾਪਤ ਹੁੰਦਾ ਹੈ? ਮਨੁੱਖ ਪੜ੍ਹੇ ਜਿੰਨਾ ਮਰਜ਼ੀ ਸਤਿਕਾਰ ਕਰੇ, ਪਰ ਗੁਰੂ ਜਿਹੜਾ ਹੈ ਉਹ ਇੱਕ ਹੈ। ਤੇ ਮਹਾਂਪੁਰਖ ਕਹਿਣ ਲੱਗੇ ਉਹ ਮਨੁੱਖ ਸਾਨੂੰ ਵੀ ਚੰਗਾ ਲੱਗਦਾ ਹੈ ਜਿਹੜਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਤੇ ਆਸ਼ਾ ਰੱਖਦਾ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਆਸ਼ਾ ਰੱਖਣ ਵਾਲਾ ਜਿਹੜਾ ਹੈ ਉਹ ਭਾਵ ਸਾਗਰ ਤੋਂ ਪਾਰ ਹੋ ਜਾਵੇਗਾ। ਇਹ ਛੇਵੀਂ ਗੱਲ ਸੀ। ਤੇ ਸੱਤਵੀਂ ਅਖੀਰਲੀ ਜਿਹੜੀ ਹੈ ਮਹਾਂਪੁਰਖ ਕਹਿੰਦੇ ਜਿਹੜਾ ਲੋਭ ਹੈ ਨਾ ਉਹ ਕੁੱਤਾ ਹੈ, ਜਿਹੜਾ ਲੱਭ ਹੈ ਉਹ ਕੁੱਤਾ ਹੈ। ਲੋਭੀ ਪੁਰਸ਼ ਜਿਹੜਾ ਨਾ ਉਹ ਥਾਂ ਤੇ ਕੁੱਤੇ ਵਾਂਗੂ ਗੰਦੇ ਤੇ ਝੂਠੇ ਭਾਂਡੇ ਸਦਾ ਚੱਟਣ ਤੋਂ ਕੋਈ ਫਰਕ ਨਹੀਂ ਕਰਦਾ। ਕੁੱਤੇ ਦਾ ਕੰਮ ਹੈ ਝੂਠੇ ਭਾਂਡੇ ਪਏ ਉਹ ਚੱਟਣੇ, ਤੇ ਲੋਭੀ ਪੁਰਸ਼ ਜਿਹੜਾ ਹੈ ਨਾ ਲਾਲਚੀ ਜਿਹੜਾ ਹੈ ਉਹ ਵੀ ਮਹਾਂਪੁਰਖ ਕਹਿੰਦੇ ਝੂਠੇ ਤੇ ਗੰਦੇ ਭਾਂਡੇ ਥਾਂ ਤੇ ਚੱਟਦਾ ਫਿਰਦਾ ਏ। ਚਾਹੇ ਉਹਨੂੰ ਮਾਰ ਪੈਂਦੀ ਰਵੇ ਫਿਰ ਵੀ ਉਹ ਰੱਜਦਾ ਨਹੀਂ ਹੈ, ਦੁਖੀ ਹੁੰਦਾ ਰਹਿੰਦਾ ਏ। ਇਸ ਕਰਕੇ ਮਹਾਂਪੁਰਖ ਕਹਿੰਦੇ ਲੋਭ ਤੋਂ ਲਾਲਚ ਤੋਂ ਬਚਣਾ ਹੈ। ਗੁਰਸਿੱਖ ਜਿਹੜਾ ਏ ਉਹ ਗੁਜ਼ਾਰੇ ਲਈ ਕਿਰਤ ਕਰੇ, ਤੇ ਜਦੋਂ ਗੁਜ਼ਾਰੇ ਦੀ ਕਿਰਤ ਕਰਦਾ ਏ ਜੇ ਵਾਹਿਗੁਰੂ ਬਹੁਤਾ ਨਫਾ ਦੇਵੇ ਨਾ ਤੇ ਉਹਨੂੰ ਸੰਭਾਲ ਕੇ ਰੱਖੇ, ਉਜਾੜੇ ਨਾ, ਉਹਨੂੰ ਸੰਭਾਲ ਕੇ ਰੱਖੇ ਤੇ ਵੰਡ ਕੇ ਛਕੇ। ਉਹ ਦੂਜਿਆਂ ਨੂੰ ਵੰਡ ਕੇ ਛਕੇ, ਪਰ ਇਹ ਨਹੀਂ ਕਿ ਉਹਦੇ ਬਾਅਦ ਐਸ਼ ਉਡਾਉਣ ਲੱਗ ਪਏ। ਜੇ ਕਿਤੇ ਮਾਇਆ ਕਿਤੇ ਬਹੁਤਾ ਨਫਾ ਆ ਗਿਆ ਤੇ ਉਹਨੂੰ ਸ਼ਰਾਬ ਕਬਾਬ 'ਚ ਹੀ ਨਾ ਡਾ ਦੇਵੇ, ਉਹਨੂੰ ਸੰਭਾਲੇ, ਵੰਡ ਕੇ ਛਕੇ, ਗਰੀਬਾਂ ਦੀ ਮਦਦ ਕਰੇ। ਚੋਰੀ ਠੱਗੀ ਜਾਂ ਦੂਜੇ ਦਾ ਹੱਕ ਮਾਰ ਕੇ ਧੱਕੇ ਨਾਲ ਧਨ ਇਕੱਠਾ ਕਰਨ ਦਾ ਯਤਨ ਨਾ ਕਰੇ, ਕਿਉਂਕਿ ਇਹੋ ਜਿਹਾ ਧਨ ਜਿਹੜਾ ਇਹ ਸਦਾ ਸਥਿਰ ਨਹੀਂ ਰਹਿੰਦਾ। ਤੇ ਕੋਈ ਐਸਾ ਕਈ ਧਨੀ ਪੁਰਸ਼ ਮਹਾਂਪੁਰਖ ਕਹਿੰਦੇ ਸੀ ਰੋਂਦੇ ਵੇਖੇ ਮਗਰੋਂ। ਪਹਿਲਾਂ ਧਨ ਇਕੱਠਾ ਕਰਦੇ ਆ, ਉਹ ਬਾਅਦ ਵਿੱਚ ਉਹ ਨਹੀਂ ਰਹਿੰਦਾ। ਉਹ ਧਨ ਜਿਹੜਾ ਏ ਉਹ ਧਨ ਸਥਿਰ ਨਹੀਂ ਰਹਿੰਦਾ, ਧਨ ਚਲਿਆ ਜਾਂਦਾ ਤੇ ਮਗਰੋਂ ਰੋਂਦੇ ਆ। ਧਰਮ ਦੀ ਕਿਰਤ ਕਰਦੇ ਹੋਇਆਂ ਜੋ ਪ੍ਰਾਪਤ ਹੋਵੇ ਜਾਂ ਲਾਭ ਹੋਵੇ ਉਸ ਨੂੰ ਸੱਚੇ ਵਾਹਿਗੁਰੂ ਦੀ ਦਾਤ ਜਾਣ ਕੇ ਸੰਜਮ ਤੇ ਸੰਤੋਖ ਨਾਲ ਵਰਤੇ ਤਾਂ ਮਨ ਨੂੰ ਸ਼ਾਂਤੀ ਤੇ ਆਤਮ ਸੁਖ ਨਾਲ ਉਹਨੂੰ ਭਰਿਆ ਜਾਣੇ। ਸੰਤ ਜੀ ਨੇ ਦੱਸਿਆ ਕਹਿੰਦੇ ਐਸੀ ਕਿਰਤੀ ਤੇ ਸੰਤੋਖੀ ਪੁਰਸ਼ ਜਿਹੜੇ ਆ ਨਾ ਆਪਣੀ ਕਮਾਈ ਨੂੰ ਸੰਭਾਲ ਨਾਲ ਵਰਤੇ ਇਹ ਤਦ ਕੋਈ ਉਹਨੂੰ ਘਾਟਾ ਨਹੀਂ ਪਵੇਗਾ ਤੇ ਉਹ ਦੁਖੀ ਨਹੀਂ ਹੋਵੇਗਾ। ਜੇ ਕੋ ਆਪਣੀ ਓਟ ਸੰਭਾਰੇ ਜੈਸਾ ਬਿਤ ਤੈਸਾ ਹੋਏ ਵਰਤੈ ਆਪਣਾ ਬਲ ਨਹੀਂ ਹਾਰੇ। ਗੁਰੂ ਕੀ ਗੁਰਬਾਣੀ ਦਾ ਫਰਮਾਨ ਹੈ
ਸੋ ਐਸਾ ਗੁਰਸਿੱਖ ਜਾਂ ਕੋਈ ਵੀ ਗ੍ਰਸਤੀ ਨਿਰਸੰਸੇ ਆਪਣਾ ਜਨਮ ਸਵਾਰਦਾ ਤੇ ਲੋਕਾਂ ਪਾਸੋਂ ਜਸ ਪ੍ਰਾਪਤ ਕਰਦਾ ਹੋਇਆ ਹੱਸਦਾ ਹੱਸਦਾ ਵਾਹਿਗੁਰੂ ਦੀ ਗੋਦ ਵਾਹਿਗੁਰੂ ਦੀ ਜੋਤ ਵਿੱਚ ਸਮਾ ਜਾਵੇਗਾ। ਸ਼ੇਖ ਫਰੀਦ ਜੀ ਨੇ ਰੱਬ ਦੀ ਸੁਣੀ ਆਵਾਜ਼ ਨੂੰ ਦੱਸਿਆ ਹੈ, ਆਪ ਸਵਾਰੇ ਮੈਂ ਮਿਲਹੇ ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਸੰਤ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਨੇ ਇਹਨੇ ਇਹ ਕਥਾ ਸੁਣਾ ਕਰਕੇ ਨਾ ਕਹਿਣ ਲੱਗੇ, ਹੁਣ ਅਸੀਂ ਇੰਨੀ ਬੇਨਤੀ ਕਰਨ ਮਗਰੋਂ ਆਪਣੀ ਜੀਵਨ ਦੀ ਕਹਾਣੀ ਜਿਹੜੀ ਇਹ ਕਥਾ ਹੈ ਨਾ ਇਹਨੂੰ ਇੱਥੇ ਖਤਮ ਕਰਦੇ ਆ, ਸਮਾਪਤੀ ਕਰਦੇ ਆ ਇਹਦੀ। ਇਹ ਕਥਾ ਲਿਖਾਉਣ ਡਏ ਸੀ ਨਾ, ਇਹ ਸਿੱਟੇ ਦੀਆਂ ਗੱਲਾਂ ਲਿਖਾ ਕੇ ਕਹਿੰਦੇ ਖਤਮ ਕਰਦੇ ਆ। ਪਾਠਕਾਂ ਇਹਨੂੰ ਪੜ੍ਹਨ ਵਾਲਿਆਂ ਤੇ ਸੁਣਨ ਵਾਲਿਆਂ ਸਰੋਤਿਆਂ ਪਾਸੋਂ ਖਿਮਾ ਦੇ ਜਾਚਕਿਆਂ ਕਿ ਉਹਨਾਂ ਨੇ ਪੜ੍ਹਨ ਸੁਣਨ ਵਿੱਚ ਆਪਣਾ ਕਾਫੀ ਸਮਾਂ ਖਰਚ ਕਰਨਾ ਹੈ। ਕੋਈ ਚੰਗੀ ਗੱਲ ਸਮਝਣ ਤੇ ਉਹਨੂੰ ਗ੍ਰਹਿਣ ਕਰ ਲੈਣ ਤੇ ਜੇ ਮੰਦੀ ਗੱਲ ਹੈ ਤੇ ਉਹਨੂੰ ਤਿਆਗ ਦੇਣ। ਸੋ ਮਹਾਂਪੁਰਖ ਕਹਿੰਦੇ ਇਦਾਂ ਕਰਕੇ ਨਾ ਕਹਿੰਦੇ ਜਿਹੜੀ ਗੱਲ ਚੰਗੀ ਲੱਗੇ ਉਹਨੂੰ ਰੱਖ ਲੈਣਾ, ਜਿਹੜੀ ਨਹੀਂ ਚੰਗੀ ਲੱਗਦੀ ਉਹਨੂੰ ਤਿਆਗ ਦੇਣਾ। ਅਸੀਂ ਆਪਣੀ 1955 ਦੇ ਵਿੱਚ ਮਹਾਂਪੁਰਖਾਂ ਨੇ ਇਹ ਆਪਣੇ ਜੀਵਨ ਦੀ ਕਥਾ ਗਿਆਨੀ ਈਸਰ ਸਿੰਘ ਜੀ ਨਾਹਰਾ ਨੂੰ ਦਿੱਲੀ ਦੇ ਵਿੱਚ ਲਿਖਾਈ ਹੈ ਤੇ ਅਖੀਰ ਤੇ ਆ ਸਿੱਟੇ ਦੀਆਂ ਗੱਲਾਂ, ਕਿਉਂਕਿ ਅਸੀਂ ਸੰਕੋਚ ਦੇ ਨਾਲ ਜਿਹੜੀਆਂ ਨਾ ਇਹ ਆਪ ਜੀ ਨੂੰ ਸਰਵਣ ਕਰਾਈਆਂ, ਇਹਨਾਂ ਨੂੰ ਹੋਰ ਜਿੰਨੀਆਂ ਮਰਜ਼ੀ ਉਦਾਹਰਨਾਂ ਦੇ ਨਾਲ ਆਪਾਂ ਸੁਣਾ ਸਕਦੇ ਸਾਂ ਸੰਗਤਾਂ ਨੂੰ, ਪਰ ਸਮੇਂ ਦੇ ਹਿਸਾਬ ਦੇ ਨਾਲ ਇਹ ਅੱਜ ਇੱਥੇ ਜਿਹੜੀਆਂ ਉਹ ਸਿੱਟੇ ਦੀ ਗੱਲਾਂ ਉਹ ਸਮਾਪਤ ਹੋਈਆਂ। ਜਿਹੜੀਆਂ ਮਹਾਂਪੁਰਖਾਂ ਨੇ ਆਪਣੀ ਕਥਾ ਲਿਖਾਈ ਹੈ ਨਾ ਉਹ ਕੇਵਲ ਇੱਥੋਂ ਤੱਕ ਹੈ। ਇਹ 1955 ਦੇ ਵਿੱਚ ਲਿਖਾਈ ਹੈ ਤੇ 56 ਦੇ ਵਿੱਚ ਉਹਨਾਂ ਨੇ ਛਾਪ ਦਿੱਤੀ ਹੈ ਦਿੱਲੀ ਦੇ ਵਿੱਚ। ਇਹਦੋਂ ਅੱਗੇ ਦੀ ਜਿਹੜੀ ਕਥਾ ਹੈ ਨਾ, ਕਿਉਂਕਿ 55 ਤੋਂ ਅੱਗੇ ਮਹਾਂਪੁਰਖ 56 57 58 ਤੇ 59 ਵਿੱਚ ਉਹਨਾਂ ਚੜ੍ਹਾਈ ਕੀਤੀ ਹੈ। ਉਦੋਂ ਤੱਕ ਦੀ ਜਿਹੜੀ ਕਥਾ ਹੈ ਨਾ ਇਹਦੋਂ ਅੱਗੇ ਦੀ ਉਹ ਕੁਝ ਮਹਾਂਪੁਰਖਾਂ ਦੇ ਸੇਵਕਾਂ ਨੇ ਜਿਹੜੀ ਲਿਖਾਈ ਹੈ ਉਹ ਅੱਗੇ ਜਿਹੜੇ 7-8 ਦਿਨਾਂ ਦੇ ਵਿੱਚ ਤਕਰੀਬਨ 6-7 ਦਿਨ ਹੋਰ ਲੱਗਣਗੇ, ਇਹਨਾਂ ਦੇ ਵਿੱਚ ਸਮਾਪਤੀ ਹੋਵੇਗੀ। ਅੱਜ ਇਹ 43ਵਾਂ ਦਿਨ ਹੈ। 43 ਦਿਨ ਹੋ ਗਏ ਆਪ ਜੀ ਨੂੰ ਇਹ ਮਹਾਂਪੁਰਖਾਂ ਦੇ ਜੀਵਨ ਦੀ ਕਥਾ ਨੂੰ ਸਰਵਣ ਕਰਦੇ ਆ। ਅਸੀਂ 30 ਦਿਨਾਂ ਦਾ ਬਣਾਇਆ ਸੀਗਾ ਵੀ 30 ਦਿਨਾਂ 'ਚ ਸਮਾਪਤ ਹੋਵੇਗੀ, ਪਰ ਅੱਜ 43 ਦਿਨ ਹੋ ਗਿਆ। ਕੇਵਲ ਮੈਨੂੰ ਲੱਗਦਾ ਕਿ 50 ਦਿਨ ਪੂਰੇ ਹੋਣੇ ਆ। ਹੁਣ ਅੱਗੇ ਮਹਾਂਪੁਰਖਾਂ ਜਿਵੇਂ ਸੱਚਖੰਡ ਜਾਣਾ ਹੈ, ਜਿਵੇਂ ਮਹਾਂਪੁਰਖਾਂ ਦੇ ਪ੍ਰੇਮੀਆਂ ਨੇ ਜਿਹੜੀ ਕਥਾ ਦੱਸੀ ਹੈ, ਜਿਵੇਂ ਮਹਾਂਪੁਰਖ ਹੁਣ ਉੱਥੋਂ ਵਾਪਸ ਆਉਂਦੇ ਆ ਦਿੱਲੀ ਤੋਂ ਜੰਡਿਆਲੇ ਤੋਂ ਫਿਰ ਆਪਣੇ ਨਗਰ ਵਾਪਸ ਆਉਂਦੇ ਆ। ਨਗਰ ਆ ਕੇ ਕਿਹੜੇ ਪ੍ਰੇਮੀਆਂ ਨੂੰ ਤਾਰਦੇ ਆ, ਇਹ ਹੁਣ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਸਤਿਗੁਰੂ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣ, ਅਗਾਂਹ ਵਾਸਤੇ ਸਮੱਤ ਬਖਸ਼ਣ। ਮਹਾਂਪੁਰਖਾਂ ਨੇ ਆਪਣੇ ਜੀਵਨ ਦੀ ਇੰਨੀ ਕਥਾ ਲਿਖਾ ਕੇ ਨਾ ਤੇ ਪਿੱਛੋਂ ਫਤਿਹ ਬੁਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।